ਤਾਕਤ ਦੇ ਨਾਲ, ਉਸ ਤਾਕਤ ਦੇ ਨਾਲ ਗਰੀਬਾਂ ਨੂੰ ਦਬਾਉਣਾ, ਮਜ਼ਲੂਮਾਂ ਨੂੰ ਦਬਾਉਣਾ, ਇਹ ਤਾਂ ਹਰ ਬੰਦਾ ਹੀ ਕਰ ਸਕਦਾ ਨਾ। ਜਾਂ ਫਿਰ ਦੂਜਾ ਹੈ ਜ਼ਬਰ ਦਾ ਮੁਕਾਬਲਾ ਕਰਨ ਵਾਸਤੇ ਸਬਰ। ਇੱਕ ਤਾਨਾਸ਼ਾਹੀ ਹਕੂਮਤ ਨੂੰ ਲੋਕਤੰਤਰ ਦੇ ਕੱਪੜੇ ਪਵਾ ਕੇ ਸਾਡੇ ਤੇ ਥੋਪਿਆ ਜਾ ਰਿਹਾ ਤੇ ਜਦੋਂ ਮੈਂ ਪਿੱਛੇ ਜਾ ਕੇ ਦੇਖਾਂ, ਔਰੰਗਜ਼ੇਬ ਵੀ ਤਾਂ ਆਹੀ ਕੁਝ ਕਰਦਾ ਸੀ। ਕਹਿੰਦੇ ਸਦਾ ਕੂੜਦੀ ਰਹੇ ਨਾ ਜ਼ਾਰਸ਼ਾਹੀ, ਸਦਾ ਜ਼ਾਲਮਾਂ ਹੱਥ ਤਲਵਾਰ ਨਹੀਂ, ਰੰਗ ਬਦਲਦੀ ਰਹੇਗੀ ਸਦਾ ਕੁਦਰਤ। 47 ਤੋਂ ਪਹਿਲਾਂ ਰਾਜਸਥਾਨ ਦੇ ਹਾਕਮ ਵੀ ਪੰਜਾਬ ਨੂੰ ਮਾਲੀਆ ਦਿੰਦੇ ਸੀ ਜਿਹੜਾ ਪਾਣੀ ਜਾਂਦਾ ਸੀ। ਉਸ ਤੋਂ ਬਾਅਦ ਜਿੱਦਾਂ ਅੰਨੇ ਤਰੀਕੇ ਨਾਲ ਸਾਡੇ ਪਾਣੀਆਂ ਦੀ ਲੁੱਟ ਕੀਤੀ ਗਈ ਹੈ ਤੇ ਉਹਦਾ ਕੋਈ ਵੀ ਸਾਨੂੰ ਇਵਜ਼ ਦੇ ਵਿੱਚ ਮੁਆਵਜ਼ਾ ਨਹੀਂ ਮਿਲਿਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਜੋ ਮੌਜੂਦਾ ਸਮੇਂ ਦੇ ਅੰਦਰ ਆਪਾਂ ਸਭ ਜਾਣਦੇ ਹੀ ਹਾਂ ਕਿ ਕਿਰਸਾਣੀ ਅੰਦੋਲਨ ਜੋ ਸਤੰਬਰ ਮਹੀਨੇ ਤੋਂ ਚੱਲ ਰਿਹਾ ਹੈ, ਇਸ ਸੰਬੰਧ ਦੇ ਵਿੱਚ ਅੱਜ ਆਪਾਂ ਕੁਝ ਇਤਿਹਾਸਕ ਵਿਚਾਰਾਂ ਸਾਂਝੀਆਂ ਕਰਾਂਗੇ। ਸੋ ਹੁਣੇ ਹੀ ਆਪਾਂ ਸੋਦਰ ਬਾਣੀ ਦਾ ਪਾਠ ਵੀ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ, ਕਿਉਂਕਿ ਜਿਹਦੀ ਰਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ, ਜਿਹਦੀ ਜ਼ੁਬਾਨ ਤੇ ਫਤਿਹ ਹੁੰਦੀ ਹੈ ਉਹਦੀ ਜਹਾਨ ਤੇ ਫਤਿਹ ਹੁੰਦੀ ਹੈ। ਮਹਾਰਾਜ ਨੇ ਇਹੋ ਜਿਹਾ ਨਾਰਾ ਬਖਸ਼ਿਆ, ਗੁਰੂ ਸਾਹਿਬ ਜੀ ਨੇ ਇਹੋ ਜਿਹਾ ਨਾਰਾ ਬਖਸ਼ਿਆ ਵੀ ਜਿਹਦੀ ਰਗ ਵਿੱਚ ਫਤਿਹ ਹੈ ਉਹਦੀ ਹੀ ਜੱਗ ਵਿੱਚ ਫਤਿਹ ਹੋਣੀ ਹੈ। ਸੋ ਆਓ ਸਭ ਤੋਂ ਪਹਿਲਾਂ ਤਾਂ ਪ੍ਰੇਮ ਸਤਿਕਾਰ ਨਾਲ ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਵਿਚਾਰਾਂ ਦੀ ਰਮਤਾ ਇਸ ਗੱਲ ਤੋਂ ਕਰਦੇ ਹਾਂ ਕਿ ਅਜੋਕੇ ਸਮੇਂ ਦੇ ਅੰਦਰ ਜਿੱਥੇ ਦੁਨੀਆ ਦੇ ਵਿੱਚ ਇੱਕ ਦੌੜ ਲੱਗੀ ਪਈ ਹੈ, ਹਰ ਬੰਦਾ ਕਿਤੇ ਨਾ ਕਿਤੇ ਪਹੁੰਚਣਾ ਚਾਹ ਰਿਹਾ ਹੈ, ਇੱਕ ਦੌੜ ਦੇ ਵਿੱਚ ਹਰ ਬੰਦਾ ਸ਼ਾਮਲ ਹੋਇਆ ਹੈ। ਸੋ ਉੱਥੇ ਧੰਨਤਾ ਦੇ ਪਾਤਰ ਹੋ ਆਪ ਸਾਰੀਆਂ ਸੰਗਤਾਂ, ਆਪ ਸਾਰੀਆਂ ਸੰਗਤਾਂ ਸਲਾਉਣ ਦੇ ਯੋਗ ਹੋ, ਜੋ ਆਪਣੇ ਕੰਮਾਂ ਧੰਦਿਆਂ ਨੂੰ, ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ, ਇਹ ਸਭ ਚੀਜ਼ਾਂ ਨੂੰ ਉਲਾਮੇ ਕਰਕੇ, ਇਹ ਸਭ ਜ਼ਿੰਮੇਵਾਰੀਆਂ ਨੂੰ ਤੁਸੀਂ ਪਰਾਂ ਕਰਕੇ ਤੇ ਕਿਰਸਾਨੀ ਮੋਰਚੇ ਨੂੰ ਸਮਰਪਿਤ ਹੋ ਕੇ ਇੱਥੇ ਬੈਠੇ ਹੋ। ਸਭ ਤੋਂ ਪਹਿਲਾਂ ਤਾਂ ਆਪ ਸਾਰੇ ਧੰਨਤਾ ਦੇ ਪਾਤਰ ਹੋ। ਦੂਸਰੀ ਜਿਹੜੀ ਵਿਚਾਰ ਹੈ ਆਪਾਂ ਇੱਥੋਂ ਦੀ ਆਰੰਭ ਕਰਦੇ ਹਾਂ। ਗੁਰਬਾਣੀ ਦੀ ਇੱਕ ਤੁਕ ਹੈ ਕਿ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਵਚਨ ਕੀਤਾ ਹੈ ਵੀ ਜੋ ਕੂੜ ਹੈ, ਜੋ ਝੂਠ ਹੈ, ਹਜ਼ੂਰ ਬਚਨ ਕਰਦੇ ਨੇ, ਕਹਿਣ ਲੱਗੇ ਵੀ ਜਿਹੜਾ ਝੂਠ ਹੈ ਨਾ ਉਹ ਇੱਕ ਨਾ ਇੱਕ ਦਿਨ ਨਿਖੁੱਟ ਜਾਂਦਾ ਹੈ ਤੇ ਜੋ ਸੱਚ ਹੈ ਅੰਤ ਨੂੰ ਉਹੀ ਰਹਿੰਦਾ ਹੈ। ਸੱਚ ਨੇ ਸਦੀਵੀ ਕਾਲ ਵਾਸਤੇ ਰਹਿਣਾ, ਸਦਾ ਚਿਰ ਵਾਸਤੇ ਰਹਿਣਾ, ਪਰ ਕੂੜ ਦੀ ਥੋੜੇ ਚਿਰ ਵਾਸਤੇ ਜ਼ਿੰਦਗੀ ਹੈ। 4 ਦਿਨ ਦੀ ਚਾਨਣੀ ਤੇ ਫਿਰ ਹਨੇਰੀ ਰਾਤ। ਤੋ ਜੋ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਜੋ ਕੁਝ ਦਿਖਾ ਰਹੀਆਂ ਸਾਨੂੰ, ਜੋ ਕੁਝ ਅਸੀਂ ਦੇਖ ਰਹੇ ਹਾਂ ਸਮੇਂ ਦੀਆਂ ਹਕੂਮਤਾਂ ਦੇ ਹਾਕਮਾਂ ਦੇ ਪਰਜਾ ਬਣ ਕੇ, ਤੋ ਇਹ ਕੋਈ ਨਵੀਂ ਗੱਲ ਨਹੀਂ। ਕਿਉਂਕਿ ਜਿਸ ਦੌਰ 'ਚ ਆਪਾਂ ਬੈਠੇ ਹਾਂ ਆਪਣੇ ਵਾਸਤੇ ਨਵੀਂ ਗੱਲ ਹੋ ਸਕਦੀ, ਕਿਉਂਕਿ ਆਪਾਂ ਪਹਿਲਾਂ ਨਾ ਦੇਖਿਆ ਹੋਵੇ।
क्योंकि अज तक मैं बड़े बजुर्ग देखे ਜਾਂ सुने, बड़े बजुर्ग ये गल कह रहे हैं भी मैं ਤਾਂ अपनी जिंदगी ਦੇ ਵਿੱਚ ਇਹੋ ਜਿਹਾ ਇਕੱਠ ਪਹਿਲੀ ਵਾਰੀ ਦੇਖਿਆ। ਕਹਿਣ ਦਾ ਮਤਲਬ ਵੀ ਐਡਾ ਵੱਡਾ ਇਕੱਠ ਕਿਸੇ ਇੱਕ ਮਕਸਦ ਦੇ ਉੱਤੇ ਆਪਾਂ ਸਾਰੇ ਜਣੇ ਇਕੱਠੇ ਹੋਏ ਆ ਵੀ ਇਹਦਾ ਪਹਿਲੀ ਵਾਰੀ ਹੋਣਾ ਇਹ ਆਪਣੇ ਵਾਸਤੇ ਨਵਾਂ ਹੋ ਸਕਦਾ ਹੈ। ਪਰ ਜੇ ਆਪਾਂ ਸੰਸਾਰ ਦਾ ਇਤਿਹਾਸ ਦੇਖ ਲਈਏ ਤਾਂ ਇਹ ਕੋਈ ਨਵੀਂ ਗੱਲ ਨਹੀਂ। ਤੁਸੀਂ ਪੁੱਛੋਗੇ ਕਿਵੇਂ? ਅੱਜ ਤੱਕ ਸੰਸਾਰ ਦੇ ਵਿੱਚ ਜਾਬਰ ਹੁੰਦੇ ਆਏ ਆ, ਜਰਵਾਣੇ ਹੁੰਦੇ ਆਏ ਆ, ਜ਼ੁਲਮ ਕਰਨ ਵਾਲੇ ਅੱਜ ਤੱਕ ਸੰਸਾਰ ਦੇ ਵਿੱਚ ਹੁੰਦੇ ਆਏ ਆ ਤੇ ਅੱਜ ਤੱਕ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਸੰਸਾਰ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਅੱਜ ਤੱਕ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਵੀ ਜ਼ਬਰ ਤੇ ਸਬਰ, ਹਮੇਸ਼ਾ ਜ਼ਬਰ ਨੂੰ ਸਬਰ ਨੇ ਜਿੱਤਿਆ। ਅੱਜ ਤੱਕ ਇਤਿਹਾਸ ਦੇ ਵਿੱਚ ਜੇਕਰ ਜਿੱਤਦਾ ਆਇਆ ਤਾਂ ਉਹ ਸਬਰ ਜਿੱਤਦਾ ਆਇਆ। ਜ਼ਬਰ ਕਰਨ ਵਾਲਾ ਜਿਹੜਾ ਜਾਬਰ ਹੈ ਨਾ, ਜ਼ੁਲਮ ਕਰਨ ਵਾਲਾ ਜਿਹੜਾ ਜਾਬਰ ਹੈ, ਉਹ ਆਪਣੀ ਤਲਵਾਰ ਦੇ ਜ਼ੋਰ ਨਾਲ ਜਾਂ ਆਪਣੀ ਤਾਕਤ ਦੇ ਜ਼ੋਰ ਨਾਲ ਆਪਣੇ ਜ਼ੋਰ ਦੀ ਅਜਮਾਇਸ਼ ਤਾਂ ਕਰ ਲਏਗਾ ਪਰ ਉਹ ਅੰਦਰੋਂ ਦੀ ਹਾਰਿਆ ਹੋਏਗਾ। ਕਿਉਂਕਿ ਜਿਹੜੇ ਬੰਦੇ ਦੇ ਹੱਥ ਵਿੱਚ ਤਾਕਤ ਹੈ, ਤਾਕਤ ਦੇ ਨਾਲ, ਉਸ ਤਾਕਤ ਦੇ ਨਾਲ ਗਰੀਬਾਂ ਨੂੰ ਦਬਾਉਣਾ, ਮਜ਼ਲੂਮਾਂ ਨੂੰ ਦਬਾਉਣਾ, ਇਹ ਤਾਂ ਹਰ ਬੰਦਾ ਹੀ ਕਰ ਸਕਦਾ ਹੈ। ਵਿਚਾਰ ਕਰਕੇ ਦੇਖੀਏ, ਤਾਕਤ ਦੇ ਨਾਲ ਕਿਸੇ ਨਿਮਾਣੇ ਨੂੰ, ਕਿਸੇ ਗਰੀਬ ਨੂੰ, ਆਪਣੀ ਪਰਜਾ ਨੂੰ ਦਬਾਉਣਾ ਹਰ ਹਾਕਮ ਕਰਦਾ ਹੀ ਆਇਆ ਅੱਜ ਤੱਕ। ਇਹ ਕੋਈ ਨਵੀਂ ਗੱਲ ਨਹੀਂ। ਜਹਾਂਗੀਰ ਨੇ ਵੀ ਆਪਣੀ ਤਾਕਤ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਸ਼ਾਹਜਹਾਨ ਨੇ ਆਪਣੀ ਤਾਕਤ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਬਾਬਰ ਨੇ ਆਪਣੀ ਤਾਕਤ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ। ਜੇ ਪਹਿਲਾਂ ਜਾਈਏ ਪਿੱਛੇ ਲੋਧੀਆਂ ਦਾ ਰਾਜ ਸੀ, ਲੋਧੀਆਂ ਨੇ ਆਪਣੇ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ। ਸਮਾਂ ਚੱਲਦਾ ਗਿਆ, ਔਰੰਗਜ਼ੇਬ ਆਇਆ, ਉਹਨੇ ਆਪਣੇ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ। ਔਰੰਗਜ਼ੇਬ ਤੋਂ ਬਾਅਦ ਹੋਰ ਹਕੂਮਤਾਂ ਆਈਆਂ, ਨਾਦਰ ਸ਼ਾਹ ਆਇਆ, ਅਹਿਮਦ ਸ਼ਾਹ ਆਇਆ, ਉਹਨਾਂ ਨੇ ਵੀ ਦਬਾਉਣ ਦੀ ਕੋਸ਼ਿਸ਼ ਕੀਤੀ। ਹਰ ਕਿਸੇ ਹਾਕਮ ਨੇ ਜ਼ਬਰ ਧਾਰਨ ਕਰਕੇ ਤੇ ਤਲਵਾਰ ਦੇ ਜ਼ੋਰ ਦੇ ਨਾਲ ਆਪਣਾ ਜ਼ੋਰ ਗਰੀਬਾਂ ਤੇ ਅਜ਼ਮਾਇਸ਼ ਕੀਤਾ ਵੈ। ਪਰ ਅੱਜ ਤੱਕ ਦਾ ਇਤਿਹਾਸ ਵੀ ਸਾਡਾ ਇਸ ਗੱਲ ਦਾ ਗਵਾਹ ਹੈ ਵੀ ਜਿਹੜੇ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਦੇ ਰਹੇ, ਜਿੱਤਦੇ ਉਹੀ ਰਹੇ ਹੈ। ਕਿਉਂ? ਕਿਉਂਕਿ ਜ਼ਬਰ ਕਰਨ ਵਾਸਤੇ ਉਨੀ ਤਾਕਤ ਨਹੀਂ ਚਾਹੀਦੀ ਜਿੰਨੀ ਸਬਰ ਕਰਨ ਵਾਸਤੇ ਚਾਹੀਦੀ ਹੈ। ਜਿੰਨਾ ਤਲਵਾਰ ਜਾਂ ਤਾਕਤ ਹੱਥ ਦੇ ਵਿੱਚ ਆ ਜਾਣ ਤੇ ਜ਼ੋਰ, ਕੋਈ ਵੀ ਜਰਬਾਨਾ ਹੈ ਦੇਖ ਲਓ, ਕੋਈ ਵੀ ਰਾਜਾ, ਕੋਈ ਵੀ ਪਰਜਾ ਨੂੰ ਚਲਾ ਰਿਹਾ ਹਾਕਮ, ਆਪਣੇ ਜ਼ੋਰ ਦੇ ਨਾਲ ਉਹ ਆਪਣੇ ਜ਼ੋਰ ਦੀ ਅਜ਼ਮਾਇਸ਼ ਕਰਦਾ ਹੈ, ਉਹ ਦਿਖਾਉਂਦਾ ਹੈ ਵੀ ਮੈਂ ਹਾਂ। ਤੇ ਸਾਡਾ ਸਾਰਾ ਇਤਿਹਾਸ ਹੀ ਇਸ ਨਾਲ ਭਰਿਆ ਪਿਆ। ਜਿੱਥੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਹੈ, ਤਾਕਤ ਸਬਰ ਦੇ ਵਿੱਚ ਵੱਧ ਹੈ, ਤਾਕਤ ਜ਼ਬਰ ਦੇ ਵਿੱਚ ਜ਼ਿਆਦਾ ਨਹੀਂ। ਇਹ ਗੱਲ ਹਮੇਸ਼ਾ ਯਾਦ ਰੱਖੀਏ, ਤਾਕਤ ਜ਼ਬਰ ਕਰਨ ਵਾਲੇ 'ਚ ਨਹੀਂ ਜ਼ਿਆਦਾ ਹੁੰਦੀ, ਤਾਕਤ ਸਬਰ ਕਰਨ ਵਾਲੇ ਵਿੱਚ ਜ਼ਿਆਦਾ ਹੈ। ਕਿਉਂਕਿ ਜ਼ਬਰ ਕਰਨ ਵਾਲਾ ਹੰਕਾਰੀ ਹੈ, ਆਪਣੇ ਜ਼ੋਰ ਨੂੰ ਸਾਡੇ ਤੇ ਥੋਪ ਰਿਹਾ ਹੈ, ਤੇ ਜਿਹੜਾ ਸਬਰ ਕਰਕੇ ਬੈਠਾ ਹੈ ਉਹ ਸਹਿਨਸ਼ੀਲਤਾ ਦੇ ਨਾਲ, ਦਇਆ ਦੇ ਨਾਲ, ਧੀਰਜ ਦੇ ਨਾਲ ਆਪਣੀ ਸਾਰੀ ਤਾਕਤ ਨੂੰ ਆਪਣੇ ਵਿੱਚ ਸੰਭਾਲ ਕੇ ਬੈਠਾ ਹੋਇਆ ਹੈ। ਸੋ ਕੁਝ ਕੁ ਮਿਸਾਲਾਂ ਮੈਂ ਆਪ ਜੀ ਦੇ ਸਨਮੁਖ ਰੱਖਦਾ। ਸਾਡਾ ਇਤਿਹਾਸ, ਸਾਧ ਸੰਗਤ, ਇਸ ਗੱਲ ਦਾ ਗਵਾਹ ਹੈ। ਸਿੱਖ ਇਤਿਹਾਸ ਆਪਾਂ ਸ਼ੁਰੂ ਤੋਂ ਦੇਖ ਲਈਏ ਕਿ ਸਿੱਖ ਇਤਿਹਾਸ ਦੇ ਵਿੱਚ ਕਿੰਨੇ ਜ਼ਬਰ ਹੋਏ ਨੇ ਤੇ ਉਹ ਸਾਰੇ ਹੀ ਜ਼ਬਰ ਸਬਰ ਦੇ ਨਾਲ ਠੱਲੇ ਜਾਂਦੇ ਰਹੇ ਹੈ। ਜਿੱਥੇ ਜ਼ਬਰ ਨੂੰ ਮੁਕਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਸ਼ਮਸ਼ੀਰ ਦੀ ਤਾਕਤ ਦਿੱਤੀ ਹੈ ਨਾ, ਉੱਥੇ ਸਬਰ ਦੀ ਤਾਕਤ ਦਿੱਤੀ ਹੈ। ਹਮੇਸ਼ਾ ਦੋ ਤਰੀਕੇ ਦੇ ਨਾਲ ਜ਼ਬਰ ਦਾ ਮੁਕਾਬਲਾ ਕੀਤਾ ਜਾਂਦਾ ਹੈ।
ਹਮੇਸ਼ਾ ਦੋ ਤਰੀਕੇ ਦੇ ਨਾਲ ਜ਼ਬਰ ਦਾ ਮੁਕਾਬਲਾ ਕੀਤਾ ਜਾਂਦਾ ਹੈ। ਇੱਕ ਤਾਂ ਜ਼ਬਰ ਦਾ ਮੁਕਾਬਲਾ ਕਰਨ ਵਾਸਤੇ ਸ਼ਮਸ਼ੀਰ, ਜਾਂ ਫਿਰ ਦੂਜਾ ਹੈ ਜ਼ਬਰ ਦਾ ਮੁਕਾਬਲਾ ਕਰਨ ਵਾਸਤੇ ਸਬਰ। ਕਹਿਣ ਤੋਂ ਮੁਰਾਦ ਵੀ ਸੰਤ ਬਣ ਕੇ ਵੀ ਜ਼ਬਰ ਦਾ ਮੁਕਾਬਲਾ ਕੀਤਾ ਤੇ ਸਿਪਾਹੀ ਬਣ ਕੇ ਵੀ ਕੀਤਾ। ਤੇ ਜਿਹੜੇ ਅੱਜ ਤੱਕ ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਦਿੱਲੀ ਦੀ ਧਰਤੀ ਤੇ ਬੈਠੇ ਹੋਏ, ਉਹ ਸਬਰ ਕਰਕੇ ਹੀ ਬੈਠੇ ਆ। ਜਰਾ ਸ਼ੁਰੂ ਤੋਂ ਨਿਗਾਹ ਮਾਰ ਕੇ ਦੇਖੋ ਵੀ ਹੌਲੀ ਹੌਲੀ ਜਦੋਂ ਸਰਕਾਰ ਨੇ ਬਿੱਲ ਲਿਆਂਦੇ, ਜਦੋਂ ਇਹਨਾਂ ਦੀ ਸਟੱਡੀ ਕੀਤੀ, ਜਦੋਂ ਪਤਾ ਲੱਗਿਆ ਸਟੱਡੀ ਕਰਕੇ ਵੀ ਇਹ ਜਿਹੜੇ ਬਿੱਲ ਲਿਆਂਦੇ ਆ ਤਿੰਨ, ਇਹਨਾਂ ਦੇ ਵਿੱਚ ਸਾਡੇ ਭਲੇ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਦੂਜੀ ਗੱਲ ਇਹ ਵੀ ਪਤਾ ਲੱਗ ਗਈ ਵੀ ਇਹ ਜਾਣ ਬੂਝ ਕੇ ਲਿਆਂਦੇ ਗਏ ਆ, ਸੋਚ ਸਮਝ ਕੇ ਲਿਆਂਦੇ ਗਏ ਆ, ਇਹ ਨਹੀਂ ਵੀ ਅਣਜਾਣੇ ਵਿੱਚ ਹੀ ਲੈ ਆਂਦੇ ਆ। ਕਿਉਂਕਿ ਜਿਹੜੇ ਲੋਕ ਸਟੇਟ ਨੂੰ ਚਲਾ ਰਹੇ ਆ ਉਹ ਕੋਈ ਬੱਚੇ ਤਾਂ ਹੈ ਨਹੀਂ। ਆ ਸੰਸਾਰ ਚਲਾ ਰਿਹਾ ਵਾਹਿਗੁਰੂ, ਇੱਕ ਦੇਸ਼ ਨੂੰ ਚਲਾ ਰਿਹਾ, ਦੇਸ਼ ਦਾ ਹਾਕਮ। ਤੇ ਦੇਸ਼ ਦਾ ਹਾਕਮ ਕੋਈ ਅਣਜਾਣਾ ਤਾਂ ਨਹੀਂ, ਉਹਨਾਂ ਨੇ ਸੋਚ ਸਮਝ ਕੇ ਸਾਰੇ ਬਿੱਲ ਲਿਆਂਦੇ ਆ। ਤੇ ਜੋ ਕੁਝ ਸੋਚ ਸਮਝ ਕੇ ਹੋਇਆ, ਹੌਲੀ ਹੌਲੀ ਜਦੋਂ ਸਾਡੇ ਕਿਸਾਨਾਂ ਨੂੰ ਪਤਾ ਲੱਗਿਆ, ਪਹਿਲਾਂ ਤਾਂ ਸਾਡੇ ਵਰਗੇ ਆਮ ਲੋਕ ਸੁਚੇਤ ਹੀ ਨਹੀਂ ਹੋਏ। ਹੌਲੀ ਹੌਲੀ ਸਾਰੇ ਸੁਚੇਤ ਹੁੰਦੇ ਗਏ, ਹੌਲੀ ਹੌਲੀ ਪਿੰਡਾਂ ਚੋਂ ਆਵਾਜ਼ ਇਕੱਠੀ ਹੋਈ, ਹੌਲੀ ਹੌਲੀ ਸ਼ਹਿਰਾਂ ਚੋਂ ਇਕੱਠੀ ਹੋਈ, ਹੌਲੀ ਹੌਲੀ ਪੜ੍ਹਿਆ ਲਿਖਿਆ ਵਰਗ ਵੀ ਨਾਲ ਆ ਗਿਆ, ਹੌਲੀ ਹੌਲੀ ਵਿਦਵਾਨਾਂ ਦਾ ਵਰਗ ਨਾਲ ਆ ਗਿਆ। ਹੌਲੀ ਹੌਲੀ ਕਰਦਿਆਂ ਹਰ ਇੱਕ ਪਿੰਡ ਪਿੰਡ ਤੱਕ ਤੋਂ ਟਰਾਲੀਆਂ ਭਰ ਭਰ ਕੇ ਅਸੀਂ ਸਾਰੇ ਇਕੱਠੇ ਹੋਣ ਲੱਗ ਪਏ। ਕਿਉਂ? ਸਾਨੂੰ ਪਤਾ ਲੱਗ ਗਿਆ ਵੀ ਇਹ ਜੋ ਸਾਡੇ ਭਲੇ ਦੀ ਗੱਲ ਨਹੀਂ ਹੈ, ਸਾਡੇ ਤੇ ਥੋਪੀ ਜਾ ਰਹੀ ਹੈ। ਤੇ ਜੇ ਥੋਪਣ ਦੀ ਗੱਲ ਕਰੀਏ ਨਾ, ਤੇ ਅੱਜ ਤੱਕ 47 ਤੋਂ ਲੈ ਕੇ ਹੁਣ ਤੱਕ ਸਾਡੇ ਤੇ ਥੋਪਿਆ ਗਿਆ ਹੈ। ਕੀ ਥੋਪਿਆ ਗਿਆ ਹੈ? ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਗੱਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਤੁਸੀਂ ਸਿੱਖ ਨਹੀਂ। ਫਿਰ ਇੱਕ ਦੇਸ਼ ਇੱਕ ਬੋਲੀ, ਇਹ ਸਾਡੇ ਤੇ ਥੋਪਣਾ। ਕਿਉਂਕਿ ਇਸ ਦੇਸ਼ ਦੇ ਵਿੱਚ ਅਨੇਕਾਂ ਬੋਲੀਆਂ ਨੇ, ਅਨੇਕਾਂ ਧਰਮ ਨੇ, ਤੇ ਹਰ ਕੋਈ ਆਪਣੇ ਧਰਮ ਨੂੰ ਮੰਨਣ ਵਾਲਾ ਹੈ। ਕੋਈ ਸਿੱਖ ਹੈ, ਕੋਈ ਈਸਾਈ ਹੈ, ਕੋਈ ਇਸਲਾਮ ਨੂੰ ਮੰਨਦਾ ਹੈ। ਤੇ ਜ਼ਬਰ ਦੇ ਨਾਲ ਇਹ ਗੱਲ ਥੋਪ ਕੇ ਕਹਿਣੀ ਵੀ ਸਾਰੇ ਜਾਣੇ ਇੱਕੋ ਹੀ ਧਰਮ ਨੂੰ ਮੰਨੋ, ਜ਼ਬਰ ਨਾਲ ਇਹ ਗੱਲ ਥੋਪ ਕੇ ਕਹਿਣੀ ਵੀ ਸਾਰਿਆਂ ਦੀ ਇੱਕੋ ਹੀ ਭਾਸ਼ਾ ਹੋ ਜੇ, ਇੱਕ ਦੇਸ਼ ਤੇ ਇੱਕ ਕਾਨੂੰਨ ਹੋ ਜੇ। ਜਰਾ ਵਿਚਾਰ ਕਰਕੇ ਦੱਸਿਓ, ਸਿਆਣੇ ਬੈਠੇ ਹੋ, ਜੇ ਅਕਾਲ ਪੁਰਖ ਨੇ ਇਸ ਕੁਦਰਤ ਨੂੰ ਰੰਗ ਬਰੰਗੀ ਨਾ ਬਣਾਇਆ ਹੁੰਦਾ ਤਾਂ ਇਸ ਕੁਦਰਤ ਦਾ ਕੋਈ ਸੁਹੱਪਣ ਨਹੀਂ ਸੀ ਹੋਣਾ। ਅਕਾਲ ਪੁਰਖ ਨੇ ਤਾਂ ਆਪ ਇਸ ਕੁਦਰਤ ਨੂੰ ਰੰਗ ਬਰੰਗੀ ਬਣਾਇਆ। ਡਾਈਵਰਸਿਟੀ ਹੈ, ਸਾਰੇ ਕਿਤੇ ਦਿਸ ਰਹੀ ਹੈ। ਦੇਖੋ ਨਾ, ਕਿਤੇ ਹਰਾ ਰੰਗ ਹੈ, ਕਿਤੇ ਪੀਲਾ ਰੰਗ ਹੈ, ਕਿਤੇ ਲਾਲ ਰੰਗ ਹੈ, ਕਿਤੇ ਗੁਲਾਬੀ ਰੰਗ ਹੈ। ਜੇ ਇੱਕੋ ਹੀ ਰੰਗ ਬਣਾਇਆ ਹੁੰਦਾ ਤਾਂ ਸੰਸਾਰ 'ਚ ਕੋਈ ਸੁਹੱਪਣ ਨਹੀਂ ਸੀ ਹੋਣਾ। ਇੱਕੋ ਹੀ ਫੁੱਲ ਬਣਾਇਆ ਹੁੰਦਾ, ਸੰਸਾਰ 'ਚ ਕੀ ਸੁਹੱਪਣ ਹੋਣਾ ਸੀ? ਰੰਗ ਬਰੰਗੇ ਫੁੱਲ ਬਣਾਏ ਹੈ, ਰੰਗ ਬਰੰਗੇ ਮਨੁੱਖ ਬਣਾਏ ਹੈ। ਹਰ ਇੱਕ ਦੀ ਆਪੋ ਆਪਣੀ ਭਾਸ਼ਾ ਹੈ, ਹਰ ਇੱਕ ਦਾ ਆਪੋ ਆਪਣਾ ਧਰਮ ਹੈ, ਹਰ ਇੱਕ ਦਾ ਆਪੋ ਆਪਣਾ ਸੁਭਾਅ ਹੈ, ਹਰ ਇੱਕ ਦੀ ਆਪੋ ਆਪਣੀ ਫਿਤਰਤ ਹੈ। ਆਪਾਂ ਆਪਣੀ ਗੱਲ ਨੂੰ ਕਿਸੇ ਤੇ ਕਿਵੇਂ ਥੋਪ ਸਕਦੇ? ਖਾਸ ਕਰਕੇ ਅੱਜ ਤਾਂ ਆਪਾਂ ਰਹਿ ਹੀ ਉਸ ਸਮੇਂ 'ਚ ਰਹੇ ਹਾਂ ਜਿਹਨੂੰ ਡੈਮੋਕ੍ਰੇਸੀ ਕਹਿੰਦੇ ਆ। ਤੇ ਡੈਮੋਕ੍ਰੇਸੀ ਕੀ ਹੁੰਦੀ ਹੈ? ਜਿਹਨੂੰ ਲੋਕਤੰਤਰ ਕਹਿੰਦੇ ਆ। ਤੇ ਲੋਕਤੰਤਰ ਕੀ ਹੁੰਦਾ ਹੈ? ਵੀ ਲੋਕਾਂ ਦੀ ਆਵਾਜ਼, ਲੋਕਾਂ ਦੇ ਵਿੱਚੋਂ ਹੀ ਲੋਕਾਂ ਦੀ ਅਗਵਾਈ ਕਰਨ ਵਾਸਤੇ ਲੋਕ ਹੀ ਅੱਗੇ ਆਉਂਦੇ ਆ। ਇਹੀ ਡੈਮੋਕ੍ਰੇਸੀ ਹੈ ਨਾ, ਕਿ ਲੋਕਾਂ ਦੀ ਅਗਵਾਈ ਕਰਨ ਵਾਸਤੇ ਲੋਕਾਂ ਦੇ ਵਿੱਚੋਂ ਹੀ ਨੁਮਾਇੰਦੇ ਚੁਣੇ ਜਾਂਦੇ ਆ, ਤੇ ਲੋਕ ਹੀ ਉਹਨੂੰ ਚੁਣ ਕੇ ਆਪਣੇ ਸਿਰ ਤੇ ਬਿਠਾਉਂਦੇ ਆ ਤੇ ਉਹ ਸਾਡੀ ਅਗਵਾਈ ਕਰਦੇ। ਇਹੀ ਤਾਂ ਲੋਕਤੰਤਰ ਹੈ। ਤੇ ਅੱਜ ਲੋਕਤੰਤਰ ਦੇ ਵਿੱਚ ਡਿਕਟੇਟਰਸ਼ਿਪ ਕਿਉਂ ਹੈ? ਵਿਚਾਰਨ ਦੀ ਲੋੜ ਹੈ। ਜਿਹਨੂੰ ਲੋਕਤੰਤਰ ਆਖਿਆ ਜਾ ਰਿਹਾ ਹੈ ਤਾਂ ਸਾਫ਼ ਜ਼ਾਹਰ ਹੈ ਵੀ ਇਹ ਤਾਂ ਦਿਖਾਵੇ ਦਾ ਲੋਕਤੰਤਰ ਹੈ। ਇੰਟਰਨੈਟ ਸਾਡੇ ਕੋਲ ਹੈ, ਸਾਰੇ ਸੰਸਾਰ ਦੇ ਵਿੱਚ ਇਹ ਗੱਲ ਜਾ ਚੁੱਕੀ ਹੋਈ ਹੈ, ਤੇ ਲੋਕਤੰਤਰ ਤਾਂ ਪੂਰਾ ਹੀ ਨੰਗਾ ਹੋ ਚੁੱਕਿਆ। ਬਚਿਆ ਕੀ ਹੈ? ਸਭ ਕੁਝ ਤਾਂ ਜ਼ਾਹਰ ਹੋ ਚੁੱਕਿਆ ਹੈ। ਜਦੋਂ ਬਾਹਰਲੀਆਂ ਕੰਟਰੀਆਂ ਨੂੰ, ਬਾਹਰਲੀਆਂ ਕੰਟਰੀਆਂ ਦੇ ਆਗੂਆਂ ਨੂੰ, ਬਾਹਰ ਬੈਠੇ ਸਿੱਖਾਂ ਨੂੰ, ਬਾਹਰ ਬੈਠੇ ਜਿੰਨੇ ਵੀ ਲੋਕ ਨੇ,
ਹੋਰ ਸਟੇਟਾਂ ਦੇ ਜਿੰਨੇ ਵੀ ਲੋਕ ਨੇ, ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ, ਸਾਰੇ ਹੀ ਇੱਕ ਗੱਲ ਤੇ ਇਕੱਠੇ ਹੋ ਗਏ ਤੇ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਵੀ ਇਹ ਸ਼ਰੇਆਮ ਧੱਕਾ ਹੋ ਰਿਹਾ ਹੈ। ਕਮਾਲ ਦੀ ਗੱਲ ਹੈ। ਫਿਰ ਇੱਕ ਗੱਲ ਦਾ ਜਵਾਬ ਦੇਣਾ ਸਾਧ ਸੰਗਤ, ਫਿਰ ਬਾਕੀ ਕੀ ਬਚਦਾ ਹੈ? ਜਦੋਂ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਜਦੋਂ ਵਾੜ ਹੀ ਖੇਤ ਨੂੰ ਖਾ ਲੱਗ ਪਵੇ ਫਿਰ ਕੀ ਬਚੂਗਾ? ਜਦੋਂ ਹਾਕਮ ਨੇ ਨਿਆਂ ਦੇਣਾ ਪਰਜਾ ਨੂੰ, ਬਾਣੀ ਬਚਨ ਕਰਦੀ ਹੈ ਵੀ ਰਾਜਾ ਤੇ ਪਰਜਾ ਇਹਨਾਂ ਦੀ ਸਾਂਝ ਤਾਂ ਪੈਂਦੀ ਹੈ ਜੇ ਰਾਜਾ ਪਰਜਾ ਨੂੰ ਨਿਆਂ ਦਿੰਦਾ। ਤੇ ਇੱਥੇ ਤਾਂ 7 ਮਹੀਨੇ ਹੋ ਗਏ, ਇੱਥੇ ਸਾਲ ਹੋ ਜਾਣਾ, 2 ਸਾਲ ਹੋ ਜਾਣੇ ਆ, ਕੋਈ ਸੁਣਵਾਈ ਨਹੀਂ, ਕੋਈ ਕੰਨ ਤੇ ਜੂੰ ਹੀ ਨਹੀਂ ਸਰਕਰੀ। ਇਹਦਾ ਅਰਥ ਕੀ ਹੈ? ਇਹਨੂੰ ਲੋਕਤੰਤਰ ਕਹਿੰਦੇ ਆ। ਬੜੀ ਵਿਚਾਰਨ ਵਾਲੀ ਗੱਲ ਹੈ ਵੀ ਅਸੀਂ ਕਿਹੜੇ ਸਮੇਂ 'ਚ ਰਹਿ ਰਹੇ ਹਾਂ। ਅਸੀਂ ਲੋਕਤੰਤਰ 'ਚ ਰਹਿ ਰਹੇ ਹਾਂ ਕਿ ਅਸੀਂ ਡਿਕਟੇਟਰਸ਼ਿਪ 'ਚ ਰਹਿ ਰਹੇ ਹਾਂ? ਇੱਕ ਤਾਨਾਸ਼ਾਹੀ ਹਕੂਮਤ ਨੂੰ ਲੋਕਤੰਤਰ ਦੇ ਕੱਪੜੇ ਪਵਾ ਕੇ ਸਾਡੇ ਤੇ ਥੋਪਿਆ ਜਾ ਰਿਹਾ। ਤੇ ਜਦੋਂ ਮੈਂ ਪਿੱਛੇ ਜਾ ਕੇ ਦੇਖਾਂ, ਔਰੰਗਜ਼ੇਬ ਵੀ ਤਾਂ ਆਹੀ ਕੁਝ ਕਰਦਾ ਸੀ। ਕੀ ਕਹਿੰਦਾ ਸੀ ਉਹ? ਧੌਣ ਤੇ ਰੱਖ ਕੇ ਤਲਵਾਰ, ਕਹਿੰਦਾ ਇਸਲਾਮ ਕਬੂਲ ਕਰੋ। ਤੇ ਉਦੋਂ ਵੀ ਆਹ ਕੁਝ ਹੋ ਰਿਹਾ ਸੀ, ਅੱਜ ਵੀ ਆਹ ਕੁਝ ਹੋ ਰਿਹਾ। ਫਿਰ ਕਾਹਦਾ ਭੁਲੇਖਾ ਪਾਇਆ ਜਾ ਰਿਹਾ 21ਵੀਂ ਸਦੀ ਦੇ ਵਿੱਚ? ਉਹ ਜਿਹੜਾ ਭੁਲੇਖਾ ਹੈ ਨਾ, ਉਹ ਭੁਲੇਖਾ ਜ਼ਿਆਦਾ ਚਿਰ ਨਹੀਂ ਰਹਿੰਦਾ ਹੁੰਦਾ। ਤੁਸੀਂ ਕਰਤਾਰ ਸਿੰਘ ਸਰਾਭਾ ਉਹਨਾਂ ਨੂੰ ਜਾਣਦੇ ਹੋ, ਤੇ ਸਰਾਭਾ ਨਗਰ ਵੀ ਹੈ ਉਹਨਾਂ ਦੇ ਨਾਮ ਦੇ ਉੱਤੇ। ਲੁਧਿਆਣੇ ਦਾ ਇੱਕ ਨਗਰ ਪਿੰਡ ਹੈ ਸਰਾਭਾ। ਕਰਤਾਰ ਸਿੰਘ ਸਰਾਭਾ ਜਿਸ ਵੇਲੇ ਫਾਂਸੀ ਲੱਗਣੀ ਸੀ ਨਾ ਉਹਨਾਂ 7 ਬੰਦਿਆਂ ਨੇ ਇੱਕ ਕਵਿਤਾ ਲਿਖੀ ਸੀ। ਉਸ ਕਵਿਤਾ ਦੇ ਕੁਝ ਬੋਲ ਇਸ ਤਰੀਕੇ ਦੇ ਨਾਲ ਸੀ, ਮੈਂ ਆਪ ਨਾਲ ਸਾਂਝੀ ਕਰਦਾ ਇਸ ਗੱਲ ਤੇ ਵੀ ਜਿਹੜੇ ਕੂੜ ਦੀ ਜ਼ਾਰਸ਼ਾਹੀ ਕਰਦੇ ਨੇ ਉਹ ਜ਼ਿਆਦਾ ਸਿਰ ਚੱਲਦੇ ਨਹੀਂ ਹੁੰਦੇ। ਵੀ ਭਲਾ ਸੋਚ ਕੇ ਦੇਖੀਏ ਬਈ ਆਪਾਂ ਸੀਮੈਂਟ ਦੀ ਕੰਧ ਬਣਾਵਾਂਗੇ ਤਾਂ ਉਹ ਟਿਕ ਜਾਏਗੀ, ਪਰ ਆਪਾਂ, ਗੁਰੂ ਸਾਹਿਬ ਕਹਿੰਦੇ ਵੀ ਰੇਤ ਦੀ ਕੰਧ ਕਿੰਨੀ ਚਿਰ ਟਿਕ ਸਕਦੀ ਹੈ? ਬਾਲੂ ਕੀ ਭੀਤ ਕਿੰਨੀ ਦੇਰ ਤੱਕ ਟਿਕ ਸਕਦੀ ਹੈ? ਕਰਤਾਰ ਸਿੰਘ ਸਰਾਭੇ ਹੁਣਾਂ ਨੇ ਇੱਕ ਕਵਿਤਾ ਲਿਖੀ ਸੀ। ਉਹਨਾਂ ਕਵਿਤਾ ਦੇ ਬੋਲ ਸੀ, ਕਹਿੰਦੇ ਸਦਾ ਜੀਵਣਾ ਨਹੀਂ ਜਹਾਨ ਅੰਦਰ। ਕੀ ਲਿਖਿਆ? ਕਹਿੰਦਾ ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿੜੀ ਰਹੇਗੀ ਸਦਾ ਗੁਲਜ਼ਾਰ ਨਹੀਂ, ਸਦਾ ਕੂੜਦੀ ਰਹੇ ਨਾ ਜ਼ਾਰਸ਼ਾਹੀ। ਜ਼ਾਰਸ਼ਾਹੀ ਕਹਿੰਦੇ ਆ ਹਕੂਮਤ ਨੂੰ, ਵੀ ਜਿਹੜੀ ਕੂੜ ਦੀ ਹਕੂਮਤ ਹੈ ਨਾ ਉਹ ਜ਼ਿਆਦਾ ਸਮਾਂ ਨਹੀਂ ਰਹਿੰਦੀ ਹੁੰਦੀ। ਸਦਾ ਕੂੜਦੀ ਰਹੇ ਨਾ ਜ਼ਾਰਸ਼ਾਹੀ, ਸਦਾ ਜ਼ਾਲਮਾ ਹੱਥ ਤਲਵਾਰ ਨਹੀਂ। ਇਹ ਜਿਹੜਾ ਹੈ ਨਾ ਵੀ ਤਲਵਾਰ ਦੇ ਨਾਲ, ਜਾਂ ਅਸੀਂ ਕਹਿਤਾ ਅਸੀਂ ਕਾਨੂੰਨ ਬਣਾਤੇ ਤਾਂ ਬਣਾਤੇ, ਬਸ ਕੋਈ ਹੁਣ ਉਹਦੇ ਵਿੱਚ ਸੁਣਵਾਈ ਨਹੀਂ ਹੋਣੀ। ਇਹ ਸਾਧ ਸੰਗਤ ਇਹ ਬਾਲਾ ਚਿਰ ਨਹੀਂ ਚੱਲਦਾ ਹੁੰਦਾ। ਮੈਂ ਇੱਕ ਵਿਸ਼ਵਾਸ ਦੇ ਨਾਲ ਆਪ ਨਾਲ ਗੱਲ ਕਰਦਾ, ਮੈਂ ਕੋਈ ਹਵਾ 'ਚ ਗੱਲ ਨਹੀਂ ਕਰਦਾ। ਇੱਕ ਵਿਸ਼ਵਾਸ ਦੇ ਆਧਾਰ ਤੇ ਕਹਿਣਾ, ਇਹ ਬਾਣੀ ਦੀ ਪੰਕਤੀ ਹੈ ਕਿ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਜੇ ਬੰਦੇ ਕੋਲੇ ਸੱਚ ਹੋਵੇ, ਸਿਆਣੇ ਕਹਿੰਦੇ ਹੁੰਦੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ। ਜਿਹੜੇ ਬੰਦੇ ਕੋਲੇ ਸੱਚ ਹੋਵੇ, ਸੱਚਾ ਬੰਦਾ ਅੜ ਜੇ, ਸਭ ਨੂੰ ਪਤਾ ਹੈ ਵੀ ਬੰਦਾ ਸੱਚਾ ਤਾਂ ਅੜਿਆ। ਉਹ ਇਹਨਾਂ ਕੋਲ ਤਾਂ ਸੱਚ ਵੀ ਨਹੀਂ ਹੈ, ਕਿੱਥੋਂ ਅੜੀ ਜਾਂਦੇ ਆ? ਜਿਹਦੇ ਕੋਲੇ ਸੱਚ ਵੀ ਨਹੀਂ, ਸਿਰਫ ਉਹ ਆਪਣੀ ਤਾਕਤ ਦੇ ਜ਼ੋਰ ਤੇ ਹੀ ਅੜ ਰਹੇ ਆ। ਤਾਂ ਫਿਰ ਇੱਕ ਨਤੀਜਾ ਨੋਟ ਕਰਕੇ ਜਾਇਓ, ਇਹ ਨਤੀਜਾ ਤੈਅ ਵੀ ਜਿਹੜਾ ਬਿਨਾਂ ਕਿਸੇ ਗੱਲ ਤੋਂ ਆਕੜਦਾ ਹੁੰਦਾ ਨਾ ਉਹ ਟੁੱਟ ਜਾਂਦਾ ਹੁੰਦਾ ਹੈ। ਇਹ ਟੁੱਟਣੀ ਹੈ ਸਰਕਾਰ ਜਿਹੜੀ ਬਿਨਾਂ ਕਿਸੇ ਗੱਲ ਤੋਂ ਆਕੜਦੀ ਹੈ। ਕਿਹੜੀ ਚੀਜ਼ ਦਾ ਇਹਨਾਂ ਨੇ ਦੁਰਉਪਯੋਗ ਨਹੀਂ ਕੀਤਾ? ਜੇ ਮੀਡੀਆ ਦੇਖ ਲਈਏ ਉਹਦਾ ਦੁਰਉਪਯੋਗ ਕਰ ਰਹੇ, ਜੇ ਵਿੱਦਿਆ ਦੇਖ ਲਈਏ, ਸਟੱਡੀ ਦੇਖ ਲਈਏ ਉਹਦਾ ਦੁਰਉਪਯੋਗ ਕਰ ਰਹੇ ਆ, ਜੇ ਅਹੁਦੇ ਦੇਖ ਲਈਏ, ਕੁਰਸੀ ਦੇਖ ਲਈਏ, ਕੁਝ ਦੇਖ ਲਈਏ, ਸਭ ਚੀਜ਼ਾਂ ਦਾ ਦੁਰਉਪਯੋਗ ਹੋ ਰਿਹਾ ਹੈ। ਇਹ ਕਿਹਦੇ ਬਲ ਤੇ ਕਰ ਰਹੇ? ਸਿਰਫ ਤਾਕਤ ਦੇ ਬਲ ਤੇ। ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ ਵੀ ਤਾਕਤ ਆਉਣ ਤੇ ਤਾਕਤ ਨੂੰ ਸੰਭਾਲਣਾ ਇਹ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ, ਨਾ ਕਿ ਇਹ ਮਹੱਤਵਪੂਰਨ ਹੈ ਵੀ ਬੰਦੇ ਕੋਲੇ ਤਾਕਤ ਆ ਗਈ ਹੈ। ਤਾਕਤ ਤਾਂ ਮੇਰੇ ਕੋਲੇ ਆ ਜੂਗੀ, ਮੈਂ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦੂੰ।
ਕਿਸੇ ਬੰਦੇ ਕੋਲੇ ਤਾਕਤ ਆ ਜਾਵੇ, ਭਾਵੇਂ ਧਨ ਦੀ ਤਾਕਤ ਆ ਜਾਏ, ਭਾਵੇਂ ਸਰੀਰ ਦੀ ਤਾਕਤ ਆ ਜਾਏ, ਜੀ ਸਾਧ ਸੰਗਤ ਕਿਸੇ ਤੇ ਜ਼ੋਰ ਪਾਉਣਾ ਤਾਂ ਸੌਖਾ ਹੀ ਹੁੰਦਾ ਹੈ, ਪਰ ਤਾਕਤ ਨੂੰ ਸੰਭਾਲ ਕੇ ਰੱਖਣਾ ਤੇ ਜਿੱਥੇ ਲੋੜ ਹੈ ਉੱਥੇ ਵਰਤਣਾ, ਇਹ ਬੜਾ ਮਹੱਤਵਪੂਰਨ ਪੁਆਇੰਟ ਹੈ। ਤਾਂ ਸਮੇਂ ਦੀਆਂ ਹਕੂਮਤਾਂ ਸਦਾ ਹੀ ਇਦਾਂ ਕਰ ਰਹੀਆਂ, ਤੇ ਸਮੇਂ ਦੀਆਂ ਹਕੂਮਤਾਂ ਨੇ ਸਦਾ ਤਾਕਤ ਦੀ ਦੁਰਵਰਤੋਂ ਹੀ ਕੀਤੀ ਹੈ। ਸਾਡੇ ਸਿਰ ਤੇ ਤਾਂ ਇਹੋ ਜਿਹੇ ਹਾਕਮ ਹਮੇਸ਼ਾ ਤੋਂ ਹੀ ਆਏ ਆ, ਅੱਜ ਕੋਈ ਨਵੇਂ ਨਹੀਂ ਆਏ, ਤੇ ਪਹਿਲਾਂ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਜ਼ਬਰ ਦਾ ਮੁਕਾਬਲਾ ਹੁਣ ਤੱਕ ਜਾਂ ਤਾਂ ਸ਼ਮਸ਼ੀਰ ਨਾਲ ਕੀਤਾ ਗਿਆ ਤੇ ਜਾਂ ਫਿਰ ਸਬਰ ਨਾਲ ਕੀਤਾ ਗਿਆ। ਤੇ ਕਰਤਾਰ ਸਿੰਘ ਸਰਾਭੇ ਉਹਨਾਂ ਨੇ ਇੱਕ ਕਵਿਤਾ ਲਿਖ ਕੇ ਦੱਸਿਆ ਸੀ, ਕਹਿੰਦੇ ਸਦਾ ਕੂੜਦੀ ਰਹੇ ਨਾ ਜਾਰ ਸ਼ਾਹੀ, ਸਦਾ ਜ਼ਾਲਮਾਂ ਹੱਥ ਤਲਵਾਰ ਨਾਹੀ, ਰੰਗ ਬਦਲਦੀ ਰਹੇਗੀ ਸਦਾ ਕੁਦਰਤ। ਇਹਦੇ ਅਰਥ ਵਿਚਾਰਿਓ, ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਆ ਹੈ ਜਿਹੜਾ ਸਾਨੂੰ ਟਿਕਾ ਕੇ ਰੱਖ ਸਕਦਾ ਹੈ। ਆ ਨਿਸ਼ਚੈ ਹੈ ਕਿ ਇੱਥੇ ਕੁਝ ਵੀ ਇੱਕ ਜਿਹਾ ਨਹੀਂ ਰਹਿਣਾ ਸਦਾ। ਆ ਹੁਣ ਰਾਤ ਪਈ ਹੈ, ਅਗਾਹਾਂ ਦਿਨ ਚੜ ਜਾਣਾ ਹੈ। ਇੱਥੇ ਸਦਾ ਹੀ ਕੁਝ ਵੀ ਇੱਕ ਜਿਹਾ ਨਹੀਂ ਰਹਿੰਦਾ ਹੁੰਦਾ। ਇੱਥੇ ਜ਼ੋਰ ਚਲਾਉਣ ਵਾਲੇ ਸਦਾ ਨਹੀਂ ਰਹਿੰਦੇ ਹੁੰਦੇ, ਕਿਉਂ ਭੁੱਲੇ ਹੋਏ ਆ? ਇਹ ਜਿਹੜੇ ਵੀ ਹਾਕਮ ਆਉਂਦੇ ਆ ਉਹ ਇਹ ਗੱਲ ਭੁੱਲ ਜਾਂਦੇ ਆ ਵੀ ਮੇਰੇ ਵਰਗੇ ਹੀ ਗਾਹਾਂ ਆਏ ਸੀ ਪਹਿਲਾਂ, ਜਿਹੜੇ ਜ਼ੋਰ ਚਲਾ ਕੇ ਚਲੇ ਗਏ, ਤੇ ਮੈਂ ਵੀ ਹੁਣ ਜ਼ੋਰ ਚਲਾ ਕੇ ਚਲਿਆ ਜਾਣਾ, 4 ਦਿਨ ਆਪਣੀ ਨੌਬਤ ਚਲੇ ਬਜਾਏ। ਤੇ ਇਦਾਂ ਹੀ ਗੁਰੂ ਸਾਹਿਬ ਆਖਦੇ ਆ, ਗੁਰੂ ਦੇ ਸਿੱਖਾਂ ਨੇ ਇਸ ਗੱਲ ਨੂੰ ਮੰਨਿਆ ਵੀ ਜਿਹੜੇ ਝੂਠੇ ਹਾਕਮ ਨੇ ਉਹ ਆਪਣਾ ਜ਼ੋਰ ਚਲਾ ਕੇ ਚਲੇ ਜਾਂਦੇ ਹੁੰਦੇ ਆ। ਤੇ ਉਹਨਾਂ ਲਿਖਿਆ, ਕਹਿੰਦੇ ਸਦਾ ਕੂੜਦੀ ਰਹੇ ਨਾ ਜਾਰ ਸ਼ਾਹੀ, ਸਦਾ ਜ਼ਾਲਮਾਂ ਹੱਥ ਤਲਵਾਰ ਨਾਹੀ, ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਾਹੀ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਾਹੀ। ਜਿਹੜੀ ਜਿੱਤ ਹੋਣੀ ਹੈ ਨਾ ਉਹ ਤਾਂ ਧਰਮੀ ਦੀ ਉਹ ਹੀ ਹੋਣੀ ਹੈ, ਜਿਹੜੀ ਜਿੱਤ ਹੋਣੀ ਹੈ ਉਹ ਸਬਰ ਵਾਲਿਆਂ ਦੀ ਹੋਣੀ ਹੈ। ਭਾਈ ਤਾਰੂ ਸਿੰਘ ਜੀ, ਇਤਿਹਾਸ ਗਵਾਹ ਹੈ, ਜਿਸ ਵੇਲੇ ਭਾਈ ਤਾਰੂ ਸਿੰਘ ਜੀ ਨੂੰ ਚਰਖੜੀ ਤੇ ਚੜਾਇਆ ਹੋਇਆ ਸੀ ਤੇ ਦੀਵਾਨ ਲਖਪਤ ਰਾਏ ਭਾਈ ਤਾਰੂ ਸਿੰਘ ਜੀ ਨੂੰ ਕਹਿਣ ਲੱਗਾ, ਤਾਰੂ ਸਿੰਘਾ, ਦੂਰੋਂ ਦੂਰੋਂ ਤਾਂ ਮੌਤ ਬੜੀ ਚੰਗੀ ਲੱਗਦੀ ਹੈ, ਪਰ ਨੇੜੇ ਆਇਆ ਉਨੀ ਭਿਆਨਕ ਹੋ ਜਾਂਦੀ ਹੈ। ਮੇਰੀ ਮਾਂ ਨੇ ਆਪਣੀ ਜਵਾਨੀ ਤੇ ਤਰਸ ਖਾ, ਕਿਉਂ ਅਜਾਈ ਮੌਤ ਮਰਦਾ ਹੈ? ਤੇ ਭਾਈ ਤਾਰੂ ਸਿੰਘ ਕਹਿਣ ਲੱਗੇ ਵੀ ਆਪਣੇ ਇਸ਼ਟ ਤੋਂ ਕੁਰਬਾਨ ਹੋ ਜਾਣਾ ਕਿਵੇਂ ਅਜਾਈ ਹੋ ਸਕਦਾ ਲਖਪਤ ਰਾਏ? ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਵੀ ਮੇਰੇ ਨਾਲੋਂ ਮੌਤ ਦਾ ਭੈ ਤੈਨੂੰ ਜ਼ਿਆਦਾ ਹੈ। ਜ਼ਕਰੀਆ ਖਾਨ ਉਸੇ ਵੇਲੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਤਾਰੂ ਸਿੰਘਾ, ਇਸਲਾਮ ਕਬੂਲ ਕਰ ਲੈ, ਨਹੀਂ ਤਾਂ ਯਾਦ ਰੱਖ ਸਦਾ ਲਈ ਖਾਕ 'ਚ ਮਿਲਾ ਦਿੱਤਾ ਜਾਏਗਾ। ਜਰਾ ਵਿਚਾਰ ਕਰਕੇ ਦੇਖੋ ਵੀ ਇਹੋ ਜਿਹੇ ਡਰਾਵੇ ਕਿਹੜੀਆਂ ਹਕੂਮਤਾਂ ਨੇ ਨਹੀਂ ਦਿੱਤੇ। ਸਦਾ ਹੀ ਹਕੂਮਤਾਂ ਇਹ ਡਰਾਵੇ ਦਿੰਦੀਆਂ ਆਈਆਂ। ਉਹ ਕਹਿਣ ਲੱਗਾ, ਇਸਲਾਮ ਕਬੂਲ ਕਰ, ਨਹੀਂ ਤਾਂ ਤੂੰ ਸਦਾ ਲਈ ਖਾਕ 'ਚ ਮਿਲਾ ਦਿੱਤਾ ਜਾਏਗਾ। ਭਾਈ ਤਾਰੂ ਸਿੰਘ ਕਹਿਣ ਲੱਗੇ, ਜ਼ਕਰੀਆ ਖਾਨ, ਮੌਤ ਨਾ ਮਰਦਾਂ ਤੇ ਕਾਇਰਾਂ ਵਾਸਤੇ ਹੁੰਦੀ ਹੈ। ਆਹ ਗੱਲ ਹੈ ਜਿਹੜੀ ਮੋਰਚਾ ਜਦੋਂ ਦਾ ਚੱਲਿਆ ਦਿੱਲੀ ਦੀ ਧਰਤੀ ਤੇ, ਕਿੰਨੇ ਉਤਾਰ ਚੜਾਅ ਆਪਾਂ ਦੇਖ ਲਏ ਉਹਦੇ ਵਿੱਚ। ਸ਼ੁਰੂ ਤੋਂ ਦੇਖ ਲਓ, ਹੌਲੀ ਹੌਲੀ ਕਿਵੇਂ ਟਰਾਲੀਆਂ ਭਰ ਭਰ ਕੇ ਇਕੱਠੇ ਹੋਏ, ਕਿੰਨੀ ਸੇਵਾ ਭਾਵਨਾ ਆਪਾਂ ਦੇਖੀ ਲੋਕਾਂ ਦੇ ਵਿੱਚ, ਕਿੰਨਾ ਪ੍ਰੇਮ ਦਾ ਜਜ਼ਬਾ ਦੇਖਿਆ ਆਪਾਂ ਲੋਕਾਂ ਦੇ ਵਿੱਚ। ਇੱਥੋਂ ਤੱਕ ਕਿ ਅੱਜ ਤੱਕ 47 ਤੋਂ ਲੈ ਕੇ ਜਿਹੜਾ ਪੰਜਾਬ ਤੇ ਹਰਿਆਣਾ ਵੱਖੋ ਵੱਖਰੇ ਕੀਤੇ ਹੋਏ ਸੀ, ਉਹਨਾਂ ਨੇ ਵੀ ਆਪਸੀ ਸਾਂਝ ਪਾਲੀ, ਕਹਿੰਦੇ ਭਰਾਵਾਂ ਅਸੀਂ। ਆ ਲਿਖ ਕੇ ਲਾਇਆ ਹੋਇਆ ਇੱਥੇ ਵੀ ਜਦੋਂ ਖੂਨ ਦਾ ਰੰਗ ਇੱਕ ਹੈ ਤਾਂ ਸਾਨੂੰ ਵੰਡਣ ਵਾਲਾ ਕੌਣ ਹੈ? ਇਹ ਤਾਂ ਲੁਕੀ ਹੋਈ ਨਹੀਂ ਨਾ ਗੱਲ ਕਿਸੇ ਤੋਂ ਵੀ ਕਿਹਨੇ ਵੰਡਿਆ ਹੋਇਆ। ਤੇ ਵੰਡਣਾ ਕਿਹਦੀ ਨੀਤੀ ਹੈ? ਇਹ ਵੰਡਣਾ ਗੋਰਿਆਂ ਦੀ ਨੀਤੀ ਸੀ। ਉਹਨਾਂ ਨੇ ਵੀ ਕਿਹਾ ਸੀ ਨਾ, ਡਿਵਾਈਡ ਐਂਡ ਰੂਲ, ਵੀ ਪਾੜੋ ਤੇ ਰਾਜ ਕਰੋ। ਬਸ ਆਹੀ ਨੀਤੀ ਦੇ ਨਾਲ ਅੱਜ ਤੱਕ ਸਾਡੇ ਤੇ ਰਾਜ ਹੁੰਦਾ ਰਿਹਾ। ਹਮੇਸ਼ਾ ਸਾਨੂੰ ਪਾੜਿਆ ਗਿਆ ਤੇ ਪਾੜ ਕੇ ਰਾਜ ਕੀਤਾ ਗਿਆ। 1947 ਦੇ ਵਿੱਚ ਜਿਸ ਵੇਲੇ ਸੱਤਾ ਬਦਲੀ ਹੈ, ਉਹ ਸੱਤਾ ਨੇ ਵੀ ਉਹੀ ਕੁਝ ਕੀਤਾ ਜੋ ਕੁਝ ਗੋਰਿਆਂ ਨੇ ਕੀਤਾ ਸੀ। ਉਹਨਾਂ ਨੇ ਵੀ ਪਾੜ ਕੇ ਰੱਖਿਆ ਤੇ ਰਾਜ ਕੀਤਾ। ਇਸ ਅੰਦੋਲਨ ਨੇ ਪੰਜਾਬ ਤੇ ਹਰਿਆਣਾ ਇਕੱਠਾ ਕਰਤਾ। ਇਸ ਅੰਦੋਲਨ ਨੇ
ਸਾਨੂੰ ਸਾਰਿਆਂ ਨੂੰ ਇੱਕ ਕਰਕੇ ਰੱਖ ਦਿੱਤਾ ਹੈ। ਕਿਉਂ? ਕਿਉਂਕਿ ਸਾਡਾ ਮਕਸਦ ਇੱਕ ਹੈ, ਅਸੀਂ ਉਸ ਮਕਸਦ ਨੂੰ ਪਰਨਾਏ ਹੋਏ ਹਾਂ। ਤੇ ਤਾਰੂ ਸਿੰਘ ਕਹਿਣ ਲੱਗੇ ਵੀ ਜ਼ਕਰੀਆ ਖਾਨ, ਮੌਤ ਤਾਂ ਨਮਰਦਾਂ ਤੇ ਕਾਇਰਾਂ ਵਾਸਤੇ ਹੁੰਦੀ ਹੈ, ਜਿਉਂਦਿਆਂ ਵਾਸਤੇ ਨਹੀਂ ਹੁੰਦੀ। ਤੇ ਪਲ ਪਲ ਪਿੱਛੋਂ ਮੌਤ ਮੌਤ ਕਹਿ ਕੇ ਸਾਨੂੰ ਤੇਰੇ ਡਰਾਵੇ ਕੀ ਕਹਿੰਦੇ। ਤੇ ਉਹ ਕਹਿਣ ਲੱਗਾ ਵੀ ਆਪਣੀ ਜਵਾਨੀ ਤੇ ਤਰਸ ਖਾ। ਭਾਈ ਤਾਰੂ ਸਿੰਘ ਕਹਿਣ ਲੱਗੇ ਵੀ ਮੇਰੇ ਨਾਲੋਂ ਵੱਧ ਭੈ ਮੌਤ ਦਾ ਤੈਨੂੰ ਹੈ। ਚੇਤਾ ਰੱਖੀ, ਤੇਰੇ ਕੋਲੇ ਜਿੰਨਾ ਵੀ ਭਿਆਨਕ ਤੋਂ ਭਿਆਨਕ ਰੂਪ ਹੈ ਨਾ, ਮੌਤ ਦਾ ਕੱਢ ਲੈ। ਖਾਲਸਾ ਹਾਜ਼ਰ ਹੈ, ਤੇਰਾ ਜ਼ਬਰ ਤੇ ਮੇਰਾ ਸਬਰ ਹੈ। ਤੇ ਦੁਨੀਆ ਵੇਖ ਲਊਗੀ ਵੀ ਕੌਣ ਜਿੱਤਦਾ ਹੈ। ਸਦਾ ਸਬਰ ਹੀ ਜ਼ਬਰ ਤੋਂ ਜਿੱਤਦਾ ਹੈ। ਇਸੇ ਲਈ ਖੁਦਾ ਨੂੰ ਯਾਦ ਕਰੀਏ। ਤੈਨੂੰ ਕਸਮ ਜੇ ਜ਼ੁਲਮ ਤੋਂ ਕਰੇ ਤੌਬਾ, ਮੈਨੂੰ ਕਸਮ ਜੇ ਤੇਰੇ ਅੱਗੇ ਫਰਿਆਦ ਕਰੀਏ। ਤੂੰ ਆਪਣਾ ਜ਼ਬਰ ਤੇ ਜਿੰਨਾ ਵੀ ਜ਼ੋਰ ਜਮੈਸ਼ ਕਰਨਾ ਕਰ ਲੈ। ਥੋੜਾ ਜਿਹਾ ਅੱਜ ਦੇ ਸਮੇਂ 'ਚ ਆਈਏ। ਅੱਜ ਦੇ ਸਮੇਂ 'ਚ ਹੁਣ ਸਾਧਨ ਬਦਲ ਗਏ ਹੈ। ਮਤਲਬ ਕਿ ਜਿਹੜਾ ਠੱਗੀ ਮਾਰਨ ਦਾ ਤਰੀਕਾ ਹੈ ਨਾ, ਉਹ ਬਦਲ ਗਿਆ। ਹੁਣ ਉਹ ਇਸ ਤਰ੍ਹਾਂ ਨਹੀਂ ਮਾਰੀ ਜਾਂਦੀ। ਸਾਡੇ ਮੋਬਾਈਲ ਤੇ ਇੱਕ ਮੈਸੇਜ ਆਉਂਦਾ ਹੈ ਔਰ ਸਾਨੂੰ ਉਸ ਮੈਸੇਜ ਦੇ ਵਿੱਚ ਸਵਾਲ ਪੁੱਛਿਆ ਜਾਂਦਾ ਹੈ, ਦੱਸੋ ਤੁਸੀਂ ਸਾਡੀ ਗੱਲ ਨਾਲ ਸਹਿਮਤ ਹੋ ਜਾਂ ਨਹੀਂ। ਸਾਡਾ ਵਿਊ ਲਿਆ ਜਾਂਦਾ ਹੈ। ਸਾਡੇ ਮੋਬਾਈਲ ਤੇ ਇੱਕ ਮੈਸੇਜ ਆਉਂਦਾ ਹੈ। ਜਿਹੜੇ ਵੀ ਕਾਰਪੋਰੇਟ ਘਰਾਣੇ ਨੇ, ਵੱਡੇ ਵਪਾਰੀ ਲੋਕ ਨੇ, ਵੱਡਿਆਂ ਵਪਾਰੀਆਂ ਨੇ ਕਿਸੇ ਤੋਂ ਵੀ ਇਹ ਗੱਲ ਗੁੱਝੀ ਨਹੀਂ ਵੀ ਸਰਕਾਰਾਂ ਨੂੰ ਆਪਣੇ ਕਬਜ਼ੇ 'ਚ ਕੀਤਾ ਹੋਇਆ। ਵੱਡਿਆਂ ਵਪਾਰੀਆਂ ਨੇ, ਕਾਰਪੋਰੇਟ ਘਰਾਣਿਆਂ ਨੇ। ਤੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਦੇ ਵਿੱਚ ਹੀ ਸਰਕਾਰਾਂ ਨੇ ਜਦੋਂ ਜੀ ਕਰਿਆ ਬਣਾ ਦਿੱਤੀ, ਜਦੋਂ ਜੀ ਕਰਿਆ ਢਾਹ ਦਿੱਤੀ। ਜਰਾ ਸੋਚਣ ਦੀ ਗੱਲ ਹੈ, ਜਰਾ ਵਿਚਾਰਨ ਦੀ ਲੋੜ ਹੈ। ਬਈ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਸਟੇਟ ਮੀਡੀਆ ਦੇ ਰਾਹੀਂ, ਕੰਪਨੀਆਂ ਦੇ ਰਾਹੀਂ, ਮੋਬਾਈਲਾਂ ਦੇ ਰਾਹੀਂ, ਇੰਟਰਨੈਟ ਦੇ ਰਾਹੀਂ ਠੱਗ ਰਹੀ ਹੈ। ਕਿੱਡੀ ਹੈਰਾਨੀ ਦੀ ਗੱਲ ਹੈ। ਜਿਹੜੀਆਂ ਚੀਜ਼ਾਂ ਨੂੰ ਆਪਾਂ ਸਹੂਲਤ ਸਮਝ ਕੇ ਵਰਤ ਰਹੇ ਹਾਂ, ਮੋਬਾਈਲ ਹੈ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਅੱਜ ਆਪਣੇ ਹਰ ਇੱਕ ਦੇ ਹੱਥ ਵਿੱਚ ਹੈ। ਆਪਾਂ ਇਹਨੂੰ ਸਹੂਲਤ ਸਮਝ ਕੇ ਵਰਤ ਰਹੇ ਹਾਂ, ਪਰ ਇਹਦਾ ਦੂਜਾ ਪੱਖ ਨਹੀਂ ਸਾਨੂੰ ਪਤਾ। ਸਾਡੀ ਮਾਨਸਿਕਤਾ ਜਿਹੜੀ ਹੈ ਨਾ, ਸਾਡਾ ਸੁਭਾਅ, ਸਾਡੇ ਸੁਭਾਅ ਦਾ ਹਰ ਇੱਕ ਸੂਖਮ ਤੋਂ ਸੂਖਮ ਅੰਸ਼, ਜਿਹਦੇ ਤੇ ਸਮੇਂ ਦੀਆਂ ਸਰਕਾਰਾਂ, ਸਮੇਂ ਦੇ ਹਾਕਮ ਲੋਕ ਨੇ, ਜਿਹੜੇ ਗੁਲਾਮ ਬਣਾ ਕੇ ਰੱਖਣ ਦੀ ਬਿਰਤੀ ਵਾਲੇ ਲੋਕ ਨੇ, ਉਹ ਇਸ ਤਰੀਕੇ ਦੇ ਨਾਲ ਮੀਡੀਆ ਦੇ ਰਾਹੀਂ ਜਾਂ ਫਿਰ ਮੋਬਾਈਲਾਂ ਦੇ ਰਾਹੀਂ, ਇੰਟਰਨੈਟ ਦੇ ਰਾਹੀਂ ਉਹ ਸਾਡੇ ਤੇ ਕਾਬੂ ਪਾ ਕੇ ਰੱਖਣਾ ਚਾਹੁੰਦੇ ਆ। ਦੂਰ ਨਾ ਜਾਈਏ, ਪਿਛਲੇ ਸਾਲ ਦੀ ਗੱਲ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਬਈ ਜਿਹੜਾ ਹਊਆ ਫੈਲਾਇਆ ਗਿਆ ਸੀ ਕਰੋਨਾ ਦਾ, ਕੋਵਿਡ-19 ਦਾ, ਉਹਦੇ 'ਚ ਕਿੰਨੀ ਕੁ ਸੱਚਾਈ ਸੀ ਸਾਰਿਆਂ ਨੂੰ ਪਤਾ ਹੈ। ਓਨੀ ਸੱਚਾਈ ਨਹੀਂ ਸੀ ਜਿੰਨਾ ਰੌਲਾ ਪਾਇਆ ਗਿਆ। ਰੌਲਾ ਪਾ ਕੇ ਮਾਹੌਲ ਬਣਾ ਕੇ ਸਾਡੀ ਮਾਨਸਿਕਤਾ ਬਣਾਤੀ। ਹਰ ਬੰਦਾ ਇੱਕ ਦੂਜੇ ਤੋਂ ਡਰਿਆ। ਆਪਾਂ ਦੇਖ ਵੀ ਲਿਆ ਵੀ ਉਦੋਂ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਸੰਸਕਾਰ ਕਰਨ ਤੋਂ ਮਨਾ ਕਰਤਾ ਸੀ। ਕੀ ਕੁਝ ਸਾਡੇ ਸਾਹਮਣੇ ਹੋਇਆ। ਉਹ ਵੀ ਦੌਰ ਲੰਘ ਗਿਆ। ਫਿਰ ਇੱਕ ਪਹਿਲਾ ਦੌਰ ਆਇਆ ਸੀ ਜਿਸ ਵੇਲੇ ਇੱਕ ਸਿਮ ਆਈ ਸੀ ਜੀਓ ਦੀ ਸਿਮ ਜਿਨ੍ਹਾਂ ਨੇ ਲਾਂਚ ਕੀਤੀ ਸੀ, ਉਹਨਾਂ ਨੇ ਫ੍ਰੀ ਦੇ ਵਿੱਚ ਹੀ ਦਿੱਤੀ। ਅਸੀਂ ਖੂਬ ਚਲਾਈ ਜੀ ਜੀਓ ਦੀ ਸਿਮ ਸਾਰਿਆਂ ਨੇ, ਇੱਥੋਂ ਤੱਕ ਵੀ ਬੱਚਿਆਂ ਦੇ ਰਿਜ਼ਲਟ ਵੀ 0 ਆ ਗਏ ਸੀ। ਬੱਚੇ ਮਤਲਬ ਕਈ ਬੱਚੇ ਤਾਂ ਫੇਲ ਹੀ ਹੋਏ ਸੀ। ਤੇ ਹੌਲੀ ਜਦੋਂ ਸਾਨੂੰ ਫ੍ਰੀ ਦੇ ਵਿੱਚ ਉਹਨਾਂ ਨੇ ਚੀਜ਼ ਦੇ ਦਿੱਤੀ ਤਾਂ ਸਾਨੂੰ ਸੁਭਾਅ ਬਣ ਗਿਆ ਹੁਣ ਫ੍ਰੀ ਦੀ ਚੀਜ਼ ਵਰਤਣ ਦਾ। ਅੱਜ ਵੀ ਕੋਈ ਅਨਾਉਂਸਮੈਂਟ ਹੋ ਜੇ ਨਾ ਵੀ ਫ੍ਰੀ ਹੈ, ਇੱਕ ਤਾਂ ਹੁੰਦਾ ਵੀ ਲੋੜਵੰਦ ਬੰਦੇ ਵਾਸਤੇ ਫ੍ਰੀ ਹੈ, ਪਰ ਦੂਜਾ ਹੁੰਦਾ ਵੀ ਹਰ ਬੰਦਾ ਹੀ ਮੁਫਤ ਤੋਂ ਆਪਣਾ ਲਾਹਾ ਖੱਟਣਾ ਚਾਹੁੰਦਾ ਹੈ। ਬਸ ਇੱਥੇ ਆ ਕੇ ਸਮਝਣ ਦੀ ਲੋੜ ਹੈ। ਆ ਜਿਹੜਾ ਸਾਨੂੰ ਕਹਿੰਦੇ ਆ ਨਾ ਵੀ ਫ੍ਰੀ ਦੇ ਵਿੱਚ ਇਹ ਕਰਾਂਗੇ, ਜਿਹੜਾ ਸਾਨੂੰ ਦੱਸਿਆ ਜਾਂਦਾ ਹੈ ਨਾ ਵੀ ਆਹ ਤੁਹਾਡਾ ਮੰਡੀਕਰਨ ਹੈ ਜਿਹੜਾ, ਇਹ ਤਾਂ ਉਦਾਂ ਹੀ ਰਹੂਗਾ ਜੀ, ਵੀ ਤੁਹਾਡੀਆਂ ਜਿਹੜੀਆਂ ਫਸਲਾਂ ਨੇ ਤੁਹਾਡੀ ਕੋਈ ਸਿਰਦਰਦੀ ਨਹੀਂ, ਬਸ ਭਾਈ ਸਾਨੂੰ ਇਦਾਂ ਹੀ ਰਹਿਣ ਦਿਓ।
ਜਿਹੜੀ ਅਸੀਂ ਕਿਰਤ ਕਰਦੇ ਹਾਂ ਜਾਂ ਜਿਹੜਾ ਅਸੀਂ ਮਿਹਨਤ ਕਰਦੇ ਹਾਂ, ਜਿਹੜੀ ਸਾਡੀ ਜ਼ਿੰਮੇਵਾਰੀ ਹੈ ਉਹ ਅਸੀਂ ਆਪੇ ਹੀ ਨਿਭਾਈ ਜਾਵਾਂਗੇ। ਤੁਸੀਂ ਸਾਡੀ ਜ਼ਿੰਮੇਵਾਰੀ ਨਾ ਲਓ। ਤੁਸੀਂ ਜਿਹੜਾ ਸਾਨੂੰ ਸਾਰਾ ਕੁਝ ਹੀ ਵੇਚ ਵੱਟ ਕੇ, ਸਾਡਾ ਪੰਜਾਬ, ਸਾਡਾ ਪਾਣੀ, ਸਾਰਾ ਕੁਝ ਹੀ ਵੇਚ ਵੱਟ ਕੇ ਤੇ ਸਾਨੂੰ ਤੁਸੀਂ ਸਾਡੀ ਧਰਤੀ ਦੇ ਉੱਤੇ ਗੁਲਾਮ ਬਣਾਉਣਾ ਚਾਹੁੰਦੇ ਹੋ ਨਾ, ਇਹ ਸਾਡੇ ਹੱਥ ਹੀ ਜੁੜੇ ਆ। ਅਸੀਂ ਸਬਰ ਦੇ ਨਾਲ ਹੀ ਕਹਿੰਦੇ ਆ ਵੀ ਸਾਨੂੰ ਤੁਹਾਡੀਆਂ ਨੀਤੀਆਂ ਦੀ ਲੋੜ ਨਹੀਂ, ਕਿਉਂਕਿ ਬੇਈਮਾਨ ਬੰਦਿਆਂ ਦੀਆਂ ਨੀਤੀਆਂ ਉਹਦੇ ਵਿੱਚ ਬੇਈਮਾਨੀ ਹੈ। ਜੀਓ ਦੀ ਸਿਮ ਲਾਂਚ ਹੋਈ, ਮੈਂ ਬੇਨਤੀ ਕਰਦਾ ਸੀ, ਤਾਂ ਹੋਇਆ ਕੀ ਨਤੀਜਾ ਨਿਕਲਿਆ ਵੀ ਹੌਲੀ ਹੌਲੀ ਸਾਨੂੰ ਸੁਭਾਅ ਪੈ ਗਿਆ। ਉਹਨਾਂ ਨੇ ਪਹਿਲਾਂ ਤਾਂ ਇੰਨੀ ਤੇਜ਼ ਰਫ਼ਤਾਰ ਦਿੱਤੀ, ਹੌਲੀ ਹੌਲੀ ਸਾਨੂੰ ਸੁਭਾਅ ਪੈ ਗਿਆ। ਉਹਨਾਂ ਨੇ ਹੌਲੀ ਹੌਲੀ ਉਹਦਾ ਰੇਟ ਧਰ ਦਿੱਤਾ, ਹੌਲੀ ਹੌਲੀ ਉਹਦਾ ਮੁੱਲ ਵਧਾ ਦਿੱਤਾ। ਹੁਣ ਉਹ ਆਪਾਂ ਸਾਰੇ ਗੁਲਾਮ ਬਣਾ ਲਏ। ਪਤਾ ਆਪਾਂ ਨੂੰ ਸਾਰਿਆਂ ਨੂੰ ਵੀ ਕਿੱਦਾਂ ਕੰਪਨੀਆਂ ਆਪਣੇ ਗੁਲਾਮ ਬਣਾਉਂਦੀਆਂ। ਕੰਪਨੀਆਂ ਇਸ ਤਰੀਕੇ ਨਾਲ ਗੁਲਾਮ ਬਣਾਉਂਦੀਆਂ ਵੀ ਪਹਿਲਾਂ ਸਾਨੂੰ ਫ੍ਰੀ ਵਿੱਚ ਚੀਜ਼ ਦਿੰਦੀਆਂ, ਫਿਰ ਉਸ ਤੋਂ ਬਾਅਦ ਸਾਡਾ ਸੁਭਾਅ ਬਣ ਜਾਂਦਾ, ਫਿਰ ਉਹ ਸਾਨੂੰ ਨਸ਼ੇ ਤੇ ਲਾ ਲੈਂਦੀਆਂ। ਆਹ ਕੁਝ ਅੱਜ ਹੋ ਰਿਹਾ ਹੈ ਜਿਸ ਯੁੱਗ ਵਿੱਚ ਆਪਾਂ ਰਹਿ ਰਹੇ ਹਾਂ। ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕੇ ਹੈ ਜੀ। ਤੁਸੀਂ ਸਾਨੂੰ 30 ਰੁਪਏ ਦਿਓ, ਤੁਹਾਡਾ 3 ਲੱਖ ਦਾ ਬੀਮਾ ਹੋਊਗਾ। ਕਮਾਲ ਦੀਆਂ ਗੱਲਾਂ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਅਸੀਂ ਸਿਰਫ ਲਾਲਚ ਕਰਕੇ ਫਸ ਰਹੇ। ਬਸ ਇਸ ਲਾਲਚ ਦਾ ਸਾਨੂੰ ਪਤਾ ਲੱਗਿਆ ਤਾਂ ਆਪਾਂ ਸਾਰੇ ਇਕੱਠੇ ਹੋਏ ਆ। ਤੇ ਮੈਂ ਫੇਰ ਦੁਬਾਰਾ ਤੋਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਕਿਵੇਂ ਦੌੜ ਲੱਗੀ ਪਈ ਆ ਦੁਨੀਆ ਦੀ, ਪਰ ਤੁਸੀਂ ਧੰਨ ਭਾਗੋ, ਧੰਨਤਾ ਦੇ ਪਾਤਰੋ ਸਾਧ ਸੰਗਤ ਵੀ ਜਿਹੜੇ ਆਪਾਂ ਸਾਰੇ ਕੰਮਕਾਰ ਛੱਡ ਕੇ ਇੱਥੇ ਜੁੜ ਕੇ ਬੈਠੇ ਆ ਸਿਰਫ ਇਸ ਵਾਸਤੇ ਵੀ ਸਾਡੀ ਆਵਾਜ਼ ਅੰਨੀ ਬੋਲੀ ਸਰਕਾਰ ਤੱਕ ਪਹੁੰਚੇ, ਉਹਨਾਂ ਨੂੰ ਪਤਾ ਲੱਗੇ ਬਈ ਅਸੀਂ ਕਿਉਂ ਬੈਠੇ ਆ। ਉਹ ਤੁਹਾਡਾ ਹੀ ਸਾਰਾ ਕੁਝ ਕੀਤਾ ਧਰਾਇਆ ਹੋਇਆ, ਇਹ ਤੁਸੀਂ ਹੀ ਸਾਰਾ ਬਣਾਇਆ ਹੈ ਤੇ ਤੁਹਾਡੇ ਬਣਾਏ ਤੇ ਹੀ ਅਸੀਂ ਸਾਰੇ ਇਕੱਠੇ ਹੋਏ ਆ। ਤਾਂ ਇਸ ਵਾਸਤੇ ਅਸੀਂ ਸਬਰ ਦੇ ਨਾਲ ਬੈਠ ਕੇ ਸਾਰਾ ਉਦੋਂ ਤੋਂ ਹੁਣ ਤੱਕ ਲੱਗੇ ਹੋਏ ਆ, ਸਾਰਾ ਸਬਰ ਕਰਕੇ ਵੀ ਸਾਡੀ ਗੱਲ ਸੁਣੀ ਜਾਏਗੀ। ਪਰ ਸਾਰਿਆਂ ਦੇ ਸਾਹਮਣੇ ਜ਼ਾਹਰ ਹੋ ਰਿਹਾ ਹੈ ਵੀ ਸਰਕਾਰਾਂ ਨੂੰ ਕੋਈ ਵੀ ਅਸਰ ਨਹੀਂ ਹੋ ਰਿਹਾ। ਭਾਈ ਤਾਰੂ ਸਿੰਘ ਜੀ ਤੇ ਮੈਂ ਗੱਲ ਕਰ ਰਿਹਾ ਸੀ ਵੀ ਭਾਈ ਤਾਰੂ ਸਿੰਘ ਕਹਿਣ ਲੱਗੇ ਬਈ ਜ਼ਕਰੀਆ ਖਾਨ, ਸਦਾ ਸਬਰ ਹੀ ਜ਼ਬਰ ਤੋਂ ਜਿੱਤਦਾ ਹੈ, ਇਸੇ ਲਈ ਖੁਦਾ ਨੂੰ ਯਾਦ ਕਰੀਏ। ਤੈਨੂੰ ਕਸਮ ਜੇ ਜ਼ੁਲਮ ਤੋਂ ਕਰੇ ਤੋਬਾ, ਸਾਨੂੰ ਕਸਮ ਜੇ ਅਸੀਂ ਫਰਿਆਦ ਕਰੀਏ, ਅਸੀਂ ਤੇਰੇ ਅੱਗੇ ਫਰਿਆਦ ਨਹੀਂ ਕਰਨੀ। ਤੂੰ ਸਾਨੂੰ ਜ਼ੋਰ ਪਾ ਕੇ ਦੇਖ ਲਾ, ਡਰਾਵੇ ਦੇ ਕੇ ਦੇਖ ਲਾ, ਭਾਵੇਂ ਸਾਨੂੰ ਮਾਰ ਕੇ ਦੇਖ ਲਾ, ਡੰਡੇ ਵੀ ਮਾਰ ਕੇ ਦੇਖ ਲੈ ਤਾਂ ਵੀ ਪ੍ਰਸ਼ਾਦੇ ਹੀ ਛਕਾਏ ਹੈ। ਕਿੰਨਾ ਜ਼ੋਰ ਕਰਕੇ ਦੇਖ ਲਿਆ ਤਾਂ ਵੀ ਕਹਿੰਦੇ ਆਓ ਭਾਈ ਪ੍ਰਸ਼ਾਦਾ ਛਕ ਲਓ, ਆਓ ਭਾਈ ਗੁਰੂ ਕਾ ਲੰਗਰ ਲੱਗਿਆ। ਇਹ ਸਾਰਾ ਕੁਝ ਕਿੱਥੋਂ ਆ ਰਿਹਾ? ਇਹ ਸਾਡੀ ਪਿੱਠ ਤੇ ਸਾਡਾ ਇਤਿਹਾਸ ਖੜਾ ਹੈ, ਜਿਹੜਾ ਸਾਨੂੰ ਸਬਰ ਦੇ ਰਿਹਾ, ਜਿਹੜਾ ਸਾਨੂੰ ਸਿਦਕ ਦੇ ਰਿਹਾ, ਜਿਹੜਾ ਸਾਨੂੰ ਚਲਾ ਰਿਹਾ ਹੈ। ਤੇ ਭਾਈ ਤਾਰੂ ਸਿੰਘ ਜੀ ਨੇ ਆਪਣਾ ਸਰੀਰ, ਆਪਣੀ ਜਿੰਦ ਤਾਂ ਗੁਰੂ ਲੇਖੇ ਲਾ ਦਿੱਤੀ ਪਰ ਡੋਲੇ ਨਹੀਂ। ਭਾਈ ਸਵੇਗ ਸਿੰਘ, ਭਾਈ ਸ਼ਾਹਬਾਜ ਸਿੰਘ ਆਪਣੀ ਜਿੰਦ ਤਾਂ ਗੁਰੂ ਲੇਖੇ ਲਾਤੀ ਪਰ ਡੋਲੇ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਤੋਂ ਆਪਣਾ ਆਪ ਕੁਰਬਾਨ ਕਰ ਗਏ ਪਰ ਡੋਲੇ ਨਹੀਂ। ਬਸ ਲੋੜ ਅੱਜ ਵੀ ਇਹੀ ਹੈ ਵੀ ਇੱਕ ਤਾਂ ਆਪਣਾ ਸਿਦਕ ਕਾਇਮ ਰਵੇ, ਦੂਸਰਾ ਆਪਣਾ ਸਬਰ ਕਾਇਮ ਰਹੇ, ਕਿਉਂਕਿ ਅੰਤ ਨੂੰ ਜਾਬਰ ਨੂੰ ਹਾਰਨਾ ਪੈਣਾ, ਝੁਕਣਾ ਪੈਣਾ। ਜੇ ਆਪਾਂ ਸਬਰ ਤੇ ਸਿਦਕ ਦੇ ਉੱਤੇ ਕਾਇਮ ਰਵਾਂਗੇ ਨਾ ਤਾਂ ਜਾਬਰ ਨੂੰ ਹਾਰਨਾ ਪੈਣਾ। ਇੱਥੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ ਤੇ ਸ਼ਾਂਤਮਈ ਦਾ ਅਰਥ ਹੀ ਹੁੰਦਾ ਹੈ ਵੀ ਸਬਰ ਦੇ ਨਾਲ ਬੈਠ ਕੇ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ। ਪ੍ਰਜਾ ਇਸ ਗੱਲ ਨੂੰ ਮੰਨਦੀ ਹੈ ਵੀ ਅਸੀਂ ਡੈਮੋਕ੍ਰੇਸੀ 'ਚ ਜਿਉਂ ਰਹੇ ਹਾਂ, ਪਰ ਹਾਕਮ ਨਹੀਂ ਇਸ ਗੱਲ ਨੂੰ ਮੰਨਦਾ ਵੀ ਅਸੀਂ ਡੈਮੋਕ੍ਰੇਸੀ ਵਿੱਚ ਹੈ। ਤਾਂ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਮੋੜ ਤੇ ਜਾ ਕੇ, ਜਿਸ ਵੇਲੇ ਸਬਰ ਤੇ ਜ਼ਬਰ ਦੀ ਜੰਗ ਹੋ ਰਹੀ ਹੈ ਨਾ ਸਾਧ ਸੰਗਤ, ਕਿਸੇ ਨਾ ਕਿਸੇ ਮੋੜ ਤੇ ਜਾ ਕੇ 6ਵੇਂ ਪਾਤਸ਼ਾਹ ਜੀ ਨੇ ਆਹ ਗੱਲ ਸਾਨੂੰ ਸਿਖਾਈ ਸੀ ਇਤਿਹਾਸ ਦੇ ਵਿੱਚ। 5ਵੇਂ ਪਾਤਸ਼ਾਹ ਨੇ ਆਹ ਗੱਲ ਸਾਨੂੰ ਸਿਖਾਈ ਸੀ ਇਤਿਹਾਸ ਦੇ ਵਿੱਚ ਵੀ ਜਿਸ ਵੇਲੇ ਜ਼ਾਲਮ ਤੱਤੀਆਂ ਤਵੀਆਂ ਤੇ ਬਹਿਣ ਤੋਂ ਬਾਅਦ ਵੀ ਆਪਣੀਆਂ ਨੀਤੀਆਂ ਤੋਂ ਬਾਜ਼ ਨਹੀਂ ਨਾ ਆਉਂਦੇ, ਫਿਰ ਉਸ ਵੇਲੇ ਗੁਰੂ ਸਾਹਿਬ ਜੀ ਨੇ ਸ਼ਸਤਰਾਂ ਨੂੰ ਹੱਥ ਪਾਇਆ ਸੀ। ਸਤਿ ਸ਼੍ਰੀ ਅਕਾਲ।
ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੰਤ ਵੀ ਬਣਾਇਆ ਤੇ ਸਿਪਾਹੀ ਵੀ ਬਣਾਇਆ। ਸੰਤ ਦੇ ਵਿੱਚ ਹੱਦ ਦਰਜੇ ਦਾ ਸਬਰ ਹੈ ਤੇ ਸਿਪਾਹੀ ਦੇ ਵਿੱਚ ਬਹਾਦਰੀ ਹੈ, ਕਿਉਂਕਿ ਸੰਤ ਦੇ ਵਿੱਚ ਵੀ ਸਿਦਕ ਹੈ, ਧਰਮ ਹੈ, ਤੇ ਸਿਪਾਹੀ ਦੇ ਵਿੱਚ ਵੀ ਧਰਮ ਹੈ। ਤੋ ਜੋ ਖਾਲਸਾ ਰਾਜ ਦੇ ਵੇਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਣਾ ਨੇ ਸਾਨੂੰ ਸਾਰੀਆਂ ਜ਼ਮੀਨਾਂ ਦੇ ਮਾਲਕ ਬਣਾਇਆ। ਆਪਾਂ ਸਾਰੇ ਜਾਣਦੇ ਹਾਂ ਬਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਹੱਕ ਦਿਵਾ ਕੇ ਦਿੱਤੇ। ਉਹਨਾਂ ਨੇ ਕੀ ਕੀਤਾ ਵੀ ਤੁਸੀਂ ਆਪਣੀਆਂ ਜ਼ਮੀਨਾਂ ਦੇ ਮਾਲਕ ਹੋ। ਪੁਰਾਣੇ ਸਮੇਂ ਤੋਂ ਲੈ ਕੇ ਚੱਲਦਾ ਆ ਰਿਹਾ ਸੀ ਵੀ ਜਿਹੜੀਆਂ ਜ਼ਮੀਨਾਂ ਸਨ ਉਹ ਸਰਕਾਰਾਂ ਦੇ ਕਬਜ਼ੇ 'ਚ ਹੁੰਦੀਆਂ ਸੀ। ਅਕਬਰ ਦੇ ਵੇਲੇ ਵੀ ਜ਼ਮੀਨ ਨੂੰ 4 ਭਾਗਾਂ 'ਚ ਵੰਡਿਆ ਗਿਆ ਸੀ, ਪੋਲਜ, ਬੰਜਰ, ਛਛਰ ਤੇ ਖਾਲਸਾ। ਤੇ ਜਿਹੜੀ ਖਾਲਸਾ ਜ਼ਮੀਨ ਸੀ ਨਾ ਉਹ ਅਕਬਰ ਦੇ ਅਧੀਨ ਹੁੰਦੀ ਸੀ, ਵੀ ਜਿਹੜਾ ਵੀ ਉਹਦਾ ਮਾਲੀਆ ਉਹ ਅਕਬਰ ਨੂੰ ਜਾਂਦਾ ਸੀ। ਗੁਰੂ ਦਾ ਰਾਜ ਆਇਆ, ਗੁਰੂ ਦੇ ਸਿੱਖਾਂ ਦਾ ਰਾਜ ਆਇਆ ਤੇ ਉਹਨਾਂ ਨੇ ਸਿੱਖਾਂ ਨੂੰ ਇਹ ਜ਼ਮੀਨਾਂ ਦਵਾ ਕੇ ਦਿੱਤੀਆਂ ਵੀ ਤੁਸੀਂ ਇਹਨਾਂ ਦੇ ਮਾਲਕ ਹੋ। ਤੇ ਅੱਜ ਸਾਰਾ ਕੁਝ ਸਾਡੇ ਇਤਿਹਾਸ ਤੋਂ ਉਲਟ ਹੋ ਰਿਹਾ ਹੈ। ਜੋ ਕੁਝ ਵੀ ਅੱਜ ਹੋ ਰਿਹਾ ਹੈ ਨੀਤੀ ਤੋਂ ਉਲਟ ਹੋ ਰਿਹਾ, ਧਰਮ ਤੋਂ ਉਲਟ ਹੋ ਰਿਹਾ। ਲੋੜ ਹੈ ਸਾਧ ਸੰਗਤ ਆਪਣਾ ਸਬਰ ਕਾਇਮ ਰੱਖੀਏ, ਲੋੜ ਹੈ ਆਪਣਾ ਸਿਦਕ ਕਾਇਮ ਰੱਖਣ ਦੀ, ਲੋੜ ਹੈ ਸਹਿਨਸ਼ੀਲਤਾ ਕਾਇਮ ਰੱਖਣ ਦੀ, ਲੋੜ ਹੈ ਏਕਤਾ ਕਾਇਮ ਰੱਖਣ ਦੀ। ਜਦੋਂ ਦਾ ਮੋਰਚਾ ਸ਼ੁਰੂ ਹੋਇਆ ਇਹਦੇ ਵਿੱਚ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਾੜ ਪਾਉਣ ਦੀਆਂ, ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਅਸੀਂ ਭੱਜ ਜਾਈਏ, ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਗੱਲ ਦੀਆਂ ਵੀ ਅਸੀਂ ਆਪਸ ਦੇ ਵਿੱਚ ਹੀ ਲੜੀਏ ਜਾਂ ਅੰਦੋਲਨ ਬਦਨਾਮ ਹੋ ਜਾਵੇ। ਉਹ ਗੁਰੂ ਹੀ ਆ ਰੱਖਣ ਵਾਲਾ ਜਿਹੜਾ ਅੱਜ ਤੱਕ ਸਾਨੂੰ ਰੱਖਦਾ ਆਇਆ ਤੇ ਅਗਾਹਾਂ ਵੀ ਗੁਰੂ ਨੇ ਹੀ ਰੱਖਣਾ ਹੈ। ਤੋ ਇਹ 3 ਬਿੱਲ ਨੇ ਜਿਹੜੇ 3 ਬਿੱਲਾਂ ਦੇ ਵਿੱਚ ਸਾਨੂੰ ਇਹ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਬਈ ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਰਹੇ, ਅਸੀਂ ਤਾਂ ਸਗੋਂ ਤੁਹਾਡਾ ਫਾਇਦਾ ਕਰ ਰਹੇ ਹਾਂ। ਕੀ ਫਾਇਦਾ ਕਰ ਰਹੇ ਹਾਂ ਵੀ ਤੁਹਾਨੂੰ ਕੋਈ ਸਿਰਦਰਦੀ ਲੈਣ ਦੀ ਲੋੜ ਨਹੀਂ। ਤੁਹਾਡੀ ਜਿਹੜੀ ਸਾਰੀ ਫਸਲ ਹੈ ਉਹ ਤੁਸੀਂ ਵੱਡੇ ਵਪਾਰੀਆਂ ਨੂੰ ਵੇਚੋ, ਜਿੱਥੇ ਮਰਜ਼ੀ ਜਾ ਕੇ ਵੇਚੋ। ਆਪਾਂ ਸਾਰਿਆਂ ਨੂੰ ਪਤਾ ਸਾਧ ਸੰਗਤ ਵੀ ਜਿਸ ਵੇਲੇ ਆਪਣੀ ਫਸਲ ਕਿਸਾਨ ਨੇ ਮੰਡੀ ਦੇ ਵਿੱਚ ਵੇਚਣੀ ਹੈ, ਵਸੀਲੇ ਬਣੇ ਹੋਏ ਆ ਸ਼ੁਰੂ ਤੋਂ ਲੈ ਕੇ। ਆੜਤੀਆਂ ਦੇ ਰਾਹੀਂ ਆੜਤ ਲੱਗਦੀ ਹੈ, ਸਾਰੇ ਵਸੀਲੇ ਬਣੇ ਹੋਏ ਆ ਤੇ ਇਹਨਾਂ ਵਸੀਲਿਆਂ ਦੇ ਰਾਹੀਂ ਸਾਰਾ ਕਾਰੋਬਾਰ ਚੱਲ ਰਿਹਾ ਹੈ। ਜਿਸ ਵੇਲੇ ਸਰਕਾਰਾਂ ਇਹ ਕਾਨੂੰਨ ਲੈ ਕੇ ਸਾਡੇ ਸਿਰ ਤੇ ਲਾਗੂ ਕਰਕੇ ਸਾਨੂੰ ਇਹ ਲਾਲਚ ਦਿੰਦੀਆਂ ਹੈ ਵੀ ਤੁਸੀਂ ਆਪਣਾ ਸਾਰਾ ਕੁਝ ਸਾਡੇ ਕਹੇ ਦੇ ਮੁਤਾਬਕ ਚੱਲੋ, ਤਾਂ ਉਸ ਵੇਲੇ ਸਾਨੂੰ ਪਤਾ ਹੈ ਵੀ ਇਹਦੇ ਵਿੱਚ ਸਾਡਾ ਨੁਕਸਾਨ ਹੈ। ਇਸ ਵਾਸਤੇ ਆਪਾਂ ਸਾਰੇ ਇੱਥੇ ਇਕੱਠੇ ਹੁੰਨੇ ਆ, ਇਸ ਵਾਸਤੇ ਆਪਾਂ ਇੱਥੇ ਬੈਠੇ ਆ। ਸੋ ਭਾਈ ਕਨ੍ਹਈਆ ਜੀ ਮਿਸ਼ਨ ਸੁਸਾਇਟੀ ਦੇ ਵੱਲੋਂ ਇਹ ਜੋ ਹੈ ਪ੍ਰਬੰਧ ਕਾਫੀ ਚਿਰ ਤੋਂ ਚੱਲ ਰਿਹਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਸੁਨੇਹਾ ਮਿਲਿਆ ਸੀ, ਹੁਕਮ ਹੋਇਆ ਸੀ ਮੇਰੇ ਵੱਡੇ ਵੀਰ ਭਾਈ ਪਰਮਜੀਤ ਸਿੰਘ ਜੀ ਨਿਮਾਣਾ ਤੇ ਜਿਨ੍ਹਾਂ ਨੇ ਸਾਰੀ ਸੰਗਤ ਦੀ ਇਹ ਨਾਲ ਸਾਥ ਦਿੱਤਾ। ਤੁਸੀਂ ਸਾਰਿਆਂ ਨੇ ਗੁਰੂ ਦੀ ਆਪਾਂ ਬਾਣੀ ਪੜ੍ਹਦੇ ਆ ਇੱਥੇ ਬੈਠ ਕੇ, ਗੁਰੂ ਦੀ ਬਾਣੀ ਦੀਆਂ ਵਿਚਾਰਾਂ ਹੁੰਦੀਆਂ, ਇਤਿਹਾਸ ਦੀਆਂ ਵਿਚਾਰਾਂ ਵੀ ਆਪਾਂ ਕਰ ਰਹੇ ਹਾਂ। ਤੇ ਇਹ ਸਾਰਾ ਉਦਮ ਉਪਰਾਲਾ ਇਸੇ ਗੱਲ ਵਾਸਤੇ ਹੀ ਹੈ, ਇਹ ਦੱਸਣ ਵਾਸਤੇ ਵੀ ਅਸੀਂ ਸਾਰੇ ਇੱਕ ਹੈ। ਤੇ ਆਪਾਂ ਜੇ ਇਸ ਗੱਲ ਦੇ ਉੱਤੇ ਖੜੇ ਰਹੀਏ ਵੀ ਸਾਡਾ ਮਕਸਦ ਇੱਕ ਹੈ, ਬਸ ਆਪਣਾ ਮਕਸਦ ਨਾ ਕਿਤੇ ਵੰਡਿਆ ਜਾਵੇ। ਜੇ ਮਕਸਦ ਇੱਕ ਹੈ ਤਾਂ ਆਪਾਂ ਲੰਬੀ ਲੜਾਈ ਲੜ ਸਕਦੇ ਹਾਂ। ਜਿੱਥੇ ਜਾ ਕੇ ਮਕਸਦ ਟਕਰਾ ਜਾਣਗੇ ਜਾਂ ਆਪਣੇ ਸਵਾਰਥ ਨਿਕਲ ਆਉਣਗੇ ਜਾਂ ਆਪਣਾ ਲਾਲਚ ਨਿਕਲ ਆਏਗਾ, ਉੱਥੇ ਨੁਕਸਾਨ ਹੋਣਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਉਹਨਾਂ ਵਾਸਤੇ ਅਰਦਾਸ ਕਰਦੇ ਹਾਂ ਜਿਹੜੇ ਦਿੱਲੀ ਦੀ ਧਰਤੀ ਤੇ ਬੈਠੇ ਆ, ਉਹਨਾਂ ਵਾਸਤੇ ਅਰਦਾਸ ਕਰਦੇ ਹਾਂ ਜਿਹੜੇ 3-3 ਸਾਲ ਦੇ ਬੱਚਿਆਂ ਨੂੰ ਲੈ ਕੇ ਬੈਠੇ ਹੋਏ ਆ, ਜਿਹੜੇ ਆਪਣੇ ਪਰਿਵਾਰਾਂ ਸਮੇਤ ਬੈਠੇ ਆ। 200-250 ਦੀ ਗਿਣਤੀ ਦੇ ਵਿੱਚ ਅੱਜ ਤੱਕ ਜਾਨਾਂ ਜਿਹੜੀਆਂ ਜਾ ਚੁੱਕੀਆਂ, ਉਹਨਾਂ ਵਾਸਤੇ ਅਰਦਾਸ ਕਰਦੇ ਹਾਂ ਅਸੀਂ ਸਾਰਿਆਂ ਵਾਸਤੇ ਵੀ ਉਹਨਾਂ ਦਾ ਸਿਦਕ ਕਾਇਮ ਰਹੇ। ਸੱਚੇ ਪਾਤਸ਼ਾਹ ਉਹਨਾਂ ਦਾ ਵੀ ਸਬਰ ਕਾਇਮ ਰੱਖਣ,
ਉਹਨਾਂ ਦੇ ਵਿੱਚ ਹੋਰ ਜ਼ਿਆਦਾ ਸਹਿਨਸ਼ੀਲਤਾ ਆਵੇ, ਗੁਰੂ ਸਾਹਿਬ ਚੜ੍ਹਦੀ ਕਲਾ ਕਰਨ ਉਹਨਾਂ ਸਾਰੇ ਅੰਦੋਲਨ ਦੇ ਵਿੱਚ ਮੋਰਚਾ ਲਾਉਣ ਵਾਲਿਆਂ ਦੀ। ਤੇ ਗੁਰੂ ਸਾਹਿਬ ਦੀ ਹੀ ਇਹ ਸਾਰੀ ਕਲਾ ਵਰਤ ਰਹੀ ਹੈ ਸਾਧ ਸੰਗਤ। ਕਦੀ ਅੱਜ ਤੱਕ ਦੇਖ ਲਓ ਵੀ 47 ਤੋਂ ਲੈ ਕੇ ਹੁਣ ਤੱਕ ਕਦੀ ਐਡਾ ਇਕੱਠ ਨਹੀਂ ਹੋਇਆ। ਕਿੰਨੇ ਮਸਲੇ ਹੋਏ ਆ। ਪਾਣੀਆਂ ਦਾ ਮਸਲਾ ਦੇਖ ਲਓ, 47 ਤੋਂ ਪਹਿਲਾਂ ਰਾਜਸਥਾਨ ਦੇ ਹਾਕਮ ਵੀ ਪੰਜਾਬ ਨੂੰ ਮਾਲੀਆ ਦਿੰਦੇ ਸੀ ਜਿਹੜਾ ਪਾਣੀ ਜਾਂਦਾ ਸੀ। ਉਸ ਤੋਂ ਬਾਅਦ ਜਿੱਦਾਂ ਅੰਨੇ ਤਰੀਕੇ ਨਾਲ ਸਾਡੇ ਪਾਣੀਆਂ ਦੀ ਲੁੱਟ ਕੀਤੀ ਗਈ ਹੈ ਤੇ ਉਹਦਾ ਕੋਈ ਵੀ ਸਾਨੂੰ ਇਵਜ਼ ਦੇ ਵਿੱਚ ਮੁਆਵਜ਼ਾ ਨਹੀਂ ਮਿਲਿਆ। ਸਾਰਾ ਕੁਝ ਸਾਡੀਆਂ ਅੱਖਾਂ ਸਾਹਮਣੇ ਲੁੱਟਿਆ ਜਾ ਰਿਹਾ ਹੈ। ਅਸੀਂ ਚੁੱਪ ਕਰਕੇ ਦੇਖਦੇ ਰਹਿੰਦੇ ਹਾਂ। ਸਾਡਾ ਸੁਭਾਅ ਬਣ ਗਿਆ ਇੱਕ ਹੁਣ ਵੀ ਚੁੱਪ ਕਰਕੇ ਦੇਖੀ ਜਾਣਾ। ਪਹਿਲਾਂ ਜਦੋਂ ਫਿਰ ਪੱਗ ਤੇ ਆ ਜਾਂਦੀ ਹੈ ਨਾ, ਫਿਰ ਉਸ ਵੇਲੇ ਸਾਨੂੰ ਖੜਨਾ ਪੈਂਦਾ ਹੈ। ਇਸ ਵਾਸਤੇ ਹੁਣ ਆਪਾਂ ਨੂੰ ਗੁਰੂ ਨੇ ਇਕੱਠਿਆਂ ਕੀਤਾ ਹੈ, ਇਹ ਕਿਸੇ ਬੰਦੇ ਦੀ ਤਾਕਤ ਨਹੀਂ। ਐਡਾ ਮੋਰਚਾ, ਐਡਾ ਇਕੱਠ, ਲੱਖਾਂ ਦੀ ਗਿਣਤੀ ਦੇਖ ਲਓ। 26 ਜਨਵਰੀ ਤੇ ਟਰੈਕਟਰ ਮੋਰਚਾ ਹੋਣਾ ਸੀ ਜਿਹੜਾ ਟਰੈਕਟਰਾਂ ਦੇ ਰਾਹੀਂ, ਕਿੰਨੀ ਗਿਣਤੀ ਦੇ ਵਿੱਚ ਸਾਡੇ ਲੋਕ ਇੱਥੋਂ ਜਾ ਰਹੇ ਆ। ਉਤਸ਼ਾਹ ਉਹਨਾਂ ਦੇ ਵਿੱਚ ਓਨਾ ਹੀ ਹੈ। ਇਹ ਵੀ ਅਰਦਾਸ ਹੈ ਗੁਰੂ ਦੇ ਅੱਗੇ ਵੀ ਗੁਰੂ ਉਤਸ਼ਾਹ ਬਣਾਈ ਰੱਖੇ। ਉਹ ਸਾਰਾ ਕੁਝ ਗੁਰੂ ਦੀ ਕਲਾ ਦੇ ਨਾਲ ਵਰਤ ਰਿਹਾ ਹੈ। ਸੋ ਭਰੋਸਾ ਰੱਖ ਕੇ ਚੱਲਾਂਗੇ ਵੀ ਗੁਰੂ ਸਾਹਿਬ ਹੀ ਨੇ ਜਿਹੜੇ ਚੜ੍ਹਦੀ ਕਲਾ ਕਰਨ ਵਾਲੇ ਨੇ, ਤੇ ਗੁਰੂ ਸਾਹਿਬ ਹੀ ਨੇ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਸਾਨੂੰ ਸਫਲਤਾ ਬਖਸ਼ਣੀ ਹੈ। ਕਿਉਂਕਿ ਜਿਹੜਾ ਕਾਲਾ ਕਾਨੂੰਨ ਲਿਆਂਦਾ ਗਿਆ ਨਾ, ਇਹਦੇ ਨਾਲ ਸਿਰਫ ਕਿਸਾਨਾਂ ਤੱਕ ਦਾ ਸੰਬੰਧ ਨਹੀਂ। ਹੌਲੀ ਹੌਲੀ ਇਹਨੇ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ੇ ਕਰਨੇ ਆ। ਹੌਲੀ ਹੌਲੀ ਇਹਨੇ ਸਾਡੇ ਤੋਂ ਸਾਡਾ ਧਰਮ ਵੀ ਖੋਹ ਲੈਣਾ ਹੈ, ਸਾਡੀ ਬੋਲੀ ਵੀ ਖੋਹ ਲੈਣੀ ਹੈ। ਸਾਡੇ ਹੱਕ ਤਾਂ ਉਹਨਾਂ ਨੇ ਪਹਿਲਾਂ ਹੀ ਦਾਅ ਤੇ ਲਾਤੇ ਸਾਰਾ ਕੁਝ। ਤੋ ਇਹ ਤਾਂ ਹੌਲੀ ਹੌਲੀ ਸਾਰਾ ਕੁਝ ਹੀ ਖਰੀਦ ਕੇ ਸਾਨੂੰ ਹੀ ਗੁਲਾਮ ਬਣਾਉਣਾ ਹੈ। ਮੈਂ ਤਾਂ ਇੱਥੋਂ ਤੱਕ ਵੀ ਕਿਸੇ ਡਾਕਟਰ ਮੁਸਲਮਾਨ ਵੀਰ ਸੀ, ਉਹਨਾਂ ਦਾ ਸੁਣਿਆ ਸੀ ਵੀ ਜਿਹੜਾ ਕੋਵਿਡ ਲਿਆਂਦਾ ਸੀ ਨਾ, ਕਰੋਨਾ ਲਿਆਂਦਾ ਸੀ ਜਿਹੜਾ, ਇਹ ਵੀ ਨੀਤੀ ਦੇ ਨਾਲ ਹੀ ਆਇਆ ਹੋਇਆ। ਇਹ ਕੋਈ ਸਰਕਾਰੀ ਆਪਦਾ ਨਹੀਂ। ਇੱਥੋਂ ਤੱਕ ਵੀ ਮੈਂ ਪੜ੍ਹਿਆ ਜਾਂ ਸੁਣਿਆ ਵੈ ਵੀ ਜਿਹੜੇ ਹੜ੍ਹ ਵੀ ਲਿਆਂਦੇ ਜਾਂਦੇ ਆ ਜਾਂ ਜਿਹੜੇ ਪਾਣੀ ਵੀ ਛੱਡੇ ਜਾਂਦੇ ਆ, ਆਪ ਹੀ ਛਡਾਉਂਦੇ ਆ ਸਰਕਾਰਾਂ। ਇੱਥੋਂ ਤੱਕ ਸਾਡੇ ਫਾਦਰ ਸਾਹਿਬ, ਸਾਡੇ ਪਿਤਾ ਜੀ ਹੁਣੀ ਦੱਸਦੇ ਹੁੰਦੇ ਵੀ 88 ਦੇ ਵਿੱਚ ਜਾਂ 99 ਦੇ ਵਿੱਚ ਹੜ੍ਹ ਆਇਆ ਸੀ। ਹੁਣ ਪਿੱਛੇ ਜੇ ਪਾਣੀ ਆਇਆ। ਇਹ ਸਾਰੀਆਂ ਸਰਕਾਰੀ ਨੀਤੀਆਂ, ਇਹ ਸਾਰਾ ਕੁਝ ਆਪ ਹੀ ਕਰਦੇ ਆ। ਮਤਲਬ ਸਾਨੂੰ ਇਉਂ ਜਚਾ ਦਿੱਤਾ ਜਾਂਦਾ ਵੀ ਕੁਦਰਤੀ ਆਪਦਾ ਆ ਗਈ। ਕੋਈ ਕੁਦਰਤੀ ਆਪਦਾ ਥੋੜੀ ਸੀ, ਇਹ ਨੀਤੀ ਦੇ ਤਹਿਤ ਲਿਆਂਦਾ ਗਿਆ ਸੀ। ਤੇ ਜਿਹੜੇ ਲਿਆਉਣ ਵਾਲੇ ਸੀ, ਆਪਾਂ ਕਹਾਂਗੇ ਵੀ ਇੱਕ ਦੇਸ਼ ਦੇ ਵਿੱਚ ਹੋ ਸਕਦਾ ਹੈ, ਸਾਰੇ ਦੇਸ਼ 'ਚ ਕਿੱਦਾਂ ਹੋ ਜਾਊਗਾ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਆਪਸ ਦੇ ਵਿੱਚ ਇੱਕ ਮਕਸਦ ਨੂੰ ਲੈ ਕੇ ਚੱਲਦੀਆਂ ਵੀ ਅਸੀਂ ਗੁਲਾਮ ਬਣਾਉਣਾ ਦੁਨੀਆ ਨੂੰ। ਤੇ ਅੱਜ ਤਾਂ ਰਾਜਨੀਤੀ ਇਹ ਚੱਲ ਰਹੀ ਹੈ ਗੁਲਾਮ ਬਣਾਉਣ ਦੀ। ਤੇ ਮੈਂ ਤਾਂ ਇੱਕ ਡਾਕਟਰ ਸਾਹਿਬ ਦਾ ਇੱਥੋਂ ਤੱਕ ਵੀ ਸੁਣਿਆ ਸੀ, ਉਹ ਮੁਸਲਮਾਨ ਸੀ, ਉਹਨਾਂ ਨੇ ਕਰੋਨਾ ਦੇ ਵਿੱਚ ਇਹ ਗੱਲ ਦੱਸੀ ਸੀ। ਕਹਿਣ ਲੱਗੇ ਵੀ ਗੁਲਾਮ ਬਣਾਉਣ ਦੇ ਵਾਸਤੇ ਨਾ ਕਰੋਨਾ ਦੇ ਅੱਗੇ ਵੈਕਸੀਨੇਸ਼ਨ ਆਉਣਗੇ। ਉਹਨਾਂ ਨੇ ਮਾਰਚ 'ਚ ਦੱਸਤਾ ਸੀ ਪਿਛਲੇ ਸਾਲ ਇਸ ਗੱਲ ਨੂੰ ਵੀ ਵੈਕਸੀਨੇਸ਼ਨ ਆਉਣਗੇ, ਉਹਦਾ ਟੀਕਾਕਰਨ ਕੀਤਾ ਜਾਊਗਾ। ਉਹੀ ਗੱਲ ਹੋ ਗਈ, ਹੁਣ ਟੀਕਾਕਰਨ ਕੀਤਾ ਜਾ ਰਿਹਾ। ਹੌਲੀ ਹੌਲੀ ਇੱਥੋਂ ਤੱਕ ਵੀ ਨੀਤੀਆਂ ਜਿਹੜੀਆਂ ਮੈਂ ਸੁਣੀਆਂ ਵੀ ਸਾਡੇ ਅੰਦਰ ਨਾ ਬੜੇ ਤਰੀਕੇ ਦੇ ਨਾਲ ਬੰਦੇ ਦੇ ਸਰੀਰ ਦੇ ਅੰਦਰ, ਸਾਡੇ ਅੰਦਰ ਇੱਕ ਚਿੱਪਾਂ ਉਹਨਾਂ ਨੇ ਪਾਉਣੀਆਂ, ਚਿੱਪਾਂ ਜਿਹਨੂੰ ਆਪਾਂ ਚਿੱਪ ਕਹਿੰਦੇ ਆ ਨਾ, ਬਈ ਜਿਹੜਾ ਫੁਰਨਾ ਵੀ ਹੈ ਨਾ ਸਾਡਾ, ਉਹ ਵੀ ਕੰਟਰੋਲ ਕਰਨ ਵਾਸਤੇ, ਆਪਣੇ ਫੁਰਨੇ ਨੂੰ ਵੀ ਕੰਟਰੋਲ ਕਰਨ ਵਾਸਤੇ ਉਹਨਾਂ ਨੂੰ ਪਤਾ ਲੱਗ ਜੇ ਵੀ ਕਿਤੇ ਬਗਾਵਤ ਦੀ ਲਹਿਰ ਤਾਂ ਨਹੀਂ ਖੜੀ ਹੋ ਰਹੀ। ਉਹਨਾਂ ਨੂੰ ਪਤਾ ਲੱਗ ਜੇ ਵੀ ਕਿੱਥੇ ਬਗਾਵਤ ਉੱਠਣ ਵਾਲੀ ਹੈ। ਇੱਥੋਂ ਤੱਕ ਵੀ ਮਤਲਬ ਸਾਨੂੰ ਕੰਟਰੋਲ ਕਰਨ ਵਾਸਤੇ ਨੀਤੀਆਂ ਜਿਹੜੀਆਂ ਉਹ ਸਰਕਾਰਾਂ ਦੀਆਂ ਨੇ। ਬਈ ਕਿੱਦਾਂ ਟੈਕਨੋਲੋਜੀ ਦੇ ਨਾਲ ਬੰਦੇ ਨੂੰ ਕੰਟਰੋਲ ਕਰਨਾ ਹੈ, ਕਿੱਦਾਂ ਸਾਨੂੰ ਉਹਨਾਂ ਨੇ ਆਪਣੇ ਵੱਸ ਦੇ ਵਿੱਚ ਰੱਖਣਾ ਹੈ। ਇਹ ਗੁਲਾਮ ਬਣਾਉਣ ਦੀਆਂ ਨੀਤੀਆਂ ਸਾਰੀਆਂ। ਤੇ ਜਿਹੜੇ ਲੋਕ ਗੁਲਾਮ ਬਣਾਉਣ 'ਚ ਵਿਸ਼ਵਾਸ ਰੱਖਦੇ ਨੇ, ਉਹ ਆਪ ਗੁਲਾਮ ਬਿਰਤੀ ਦੇ ਹੁੰਦੇ ਆ, ਕਦੀ ਆਜ਼ਾਦ ਬਿਰਤੀ ਦੇ ਨਹੀਂ ਹੁੰਦੇ।
ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਨਾ ਤਾਂ ਗੁਰੂ ਨੇ ਕਦੀ ਗੁਲਾਮ ਕੀਤਾ ਹੈ, ਨਾ ਕਦੀ ਗੁਲਾਮ ਆਪ ਰਹੇ, ਨਾ ਕਦੀ ਕਿਸੇ ਨੂੰ ਭੈ ਦਿੱਤਾ ਹੈ, ਨਾ ਆਪ ਕਿਸੇ ਦਾ ਭੈ ਲਿਆ। ਪਰ ਕੈਰ ਸਰਕਾਰਾਂ ਆਪ ਜਿਹੜੀਆਂ ਡਰਪੋਕ ਨੇ ਉਹ ਸਾਡੇ ਤੇ ਵੀ ਡਰ ਪਾਉਂਦੀਆਂ। ਸੋ ਕਹਿਣ ਦੀ ਲੋੜ ਨਹੀਂ, ਸਾਰੇ ਹੀ ਸੁਚੇਤ ਨੇ, ਸਾਰੇ ਹੀ ਜਾਣਦੇ ਨੇ। ਆਪ ਵੀ ਸਭ ਸਿਆਣੇ ਬੈਠੇ ਹੋ, ਸਾਧ ਸੰਗਤ ਬਜ਼ੁਰਗ ਬੈਠੇ ਹੋ, ਨਾਲੇ ਮੇਰੇ ਤੋਂ ਵੱਧ ਤਜਰਬੇਕਾਰ ਹੋ। ਮੇਰਾ ਵਿਦਿਆਰਥੀ ਜੀਵਨ ਹੈ, ਮੈਂ ਸਿੱਖ ਰਿਹਾ ਅਜੇ, ਤੇ ਜਿਵੇਂ ਜਿਵੇਂ ਗੁਰੂ ਸਾਹਿਬ ਸਿਖਾਈ ਜਾਣ ਉਵੇਂ ਉਵੇਂ ਸਿੱਖ ਰਹੇ ਹਾਂ। ਹੌਲੀ ਹੌਲੀ ਹੋਰ ਤਜਰਬਾ ਹੋਏਗਾ, ਹੌਲੀ ਹੌਲੀ ਜਿਵੇਂ ਜਿਵੇਂ ਵਿਚਰਾਂਗੇ ਸੋਝੀ ਆਵੇਗੀ ਵੀ ਕਿਵੇਂ ਕਿਵੇਂ ਸਾਡੇ ਨਾਲ ਠੱਗੀਆਂ ਕਰਕੇ ਸਮੇਂ ਦੀਆਂ ਸਰਕਾਰਾਂ ਸਾਨੂੰ ਸਦਾ ਹੀ ਆਪਣਾ ਗੁਲਾਮ ਬਣਾ ਕੇ ਰੱਖਣੀਆਂ ਚਾਹੁੰਦੀਆਂ। ਬਸ ਆਪਾਂ ਇਸ ਗੱਲ ਨੂੰ ਆਪਣੇ ਮਨ 'ਚ ਵਸਾਈਏ ਵੀ ਅਸੀਂ ਆਜ਼ਾਦ ਸੁਭਾਅ ਦੇ ਮਾਲਕ ਬਣਨਾ, ਅਸੀਂ ਗੁਲਾਮ ਸੁਭਾਅ ਦੇ ਮਾਲਕ ਨਹੀਂ ਬਣਨਾ। ਆਪਣਾ ਸੁਭਾਅ ਆਜ਼ਾਦ ਰੱਖੀਏ ਬਸ। ਜੇ ਆਪਣਾ ਸੁਭਾਅ ਆਜ਼ਾਦ ਰੱਖਾਂਗੇ ਤਾਂ ਕੋਈ ਸਾਨੂੰ ਗੁਲਾਮ ਨਹੀਂ ਬਣਾ ਸਕਦਾ। ਭਾਵੇਂ ਉਮਰ ਥੋੜੀ ਹੋ ਜੇ ਆਜ਼ਾਦੀ ਦੀ ਜ਼ਿੰਦਗੀ ਜਿਉਣੇ ਆ, ਥੋੜੀ ਉਮਰ ਵੀ ਜਿਉ ਲਿਆ ਬੰਦੇ ਨੇ ਤਾਂ ਹੀ ਲਾਹੇਵੰਦ ਹੈ। ਗੁਲਾਮੀ ਦੀ ਜ਼ਿੰਦਗੀ ਬਾਹਲਾ ਲੰਬਾ ਚਿਰ ਜਿਉਂ ਕੇ ਵੀ ਕੀ ਖੱਟ ਲਵਾਂਗੇ। ਸੋ ਇਸ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਨ। ਮੈਂ ਇੰਨਾ ਹੀ ਕਹਿੰਦਾ ਹੋਇਆ ਆਪਣੀਆਂ ਵਿਚਾਰਾਂ ਨੂੰ ਸੰਕੋਚਦਾ ਵੀ ਸੱਚੇ ਪਾਤਸ਼ਾਹ ਜੀ ਇਸ ਅੰਦੋਲਨ ਦੇ ਵਿੱਚ ਜਿਹੜੇ ਵੀ ਸਾਡੇ ਮਾਈ ਭਾਈ ਨੇ, ਸਰਬੱਤਰ ਨੇ, ਸਾਡੇ ਆਗੂ ਲੋਕ ਨੇ, ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਜਜ਼ਬਾ ਬਖਸ਼ਣ, ਸਪਿਰਿਟ ਬਖਸ਼ਣ, ਸਿਦਕ ਬਖਸ਼ਣ ਗੁਰੂ ਸਾਹਿਬ ਜੀ। ਤੇ ਆਪ ਵੀ ਜਿਹੜੇ ਪ੍ਰਬੰਧਕ ਹੋ ਸਾਰਿਆਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ, ਜਿਨ੍ਹਾਂ ਨੇ ਨਵਾਣੇ ਸੇਵਕ ਨੂੰ ਮੌਕਾ ਦਿੱਤਾ ਹੈ। ਇਆਲੀ ਥੜਾ ਸਾਹਿਬ ਵਿਖੇ ਸੇਵਾ ਹੈ ਪ੍ਰਚਾਰ ਦੀ। ਤੋ ਸੱਚੇ ਪਾਤਸ਼ਾਹ ਕਿਰਪਾ ਕਰਨ। ਜਿਵੇਂ ਜਿਵੇਂ ਜੀਵਨ ਦੇ ਵਿੱਚ ਵਿਚਰ ਰਹੇ ਹਾਂ ਉਵੇਂ ਉਵੇਂ ਸਿੱਖਣ ਨੂੰ ਮਿਲ ਰਿਹਾ ਹੈ। ਸੋ ਮੈਂ ਵੀ ਇੱਥੇ ਸਿੱਖਣ ਵਾਸਤੇ ਆਇਆ। ਆਪ ਜੀ ਦੇ ਨਾਲ ਕੁਝ ਵਿਚਾਰ ਮੈਂ ਸਾਂਝੇ ਕੀਤੇ ਹੈ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ ਸਾਧ ਸੰਗਤ। ਮੇਰੀਆਂ ਬੜੀਆਂ ਭੁੱਲਾਂ ਹੋਈਆਂ ਉਹ ਸਾਰੀਆਂ ਬਖਸ਼ ਦੇਣੀਆਂ। ਜੋ ਵੀ ਮੇਰੇ ਵਿੱਚ ਕਮੀਆਂ ਉਹ ਮੈਨੂੰ ਜ਼ਰੂਰ ਦੱਸਿਓ ਤਾਂ ਜੋ ਮੈਂ ਅੱਗੇ ਤੋਂ ਵਿਚਾਰ ਤੇ ਉਹਨੂੰ ਸੁਧਾਰ ਸਕਾਂ।